स्वागत बहुत बहुत जी आया ਨੂੰ। बचपन ਦੀਆਂ ਨਾ ਗੱਲਾਂ ਸਾਨੂੰ ਸਾਰਿਆਂ ਨੂੰ ਯਾਦ ਨੇ, ਸਭ ਨੂੰ ਚੇਤਾ ਹੈ। ਔਰ ਹੁਣੇ ਆਪਾਂ ਹੋਰ ਗੱਲਾਂ ਕਰਾਂਗੇ ਤਾਂ ਤੁਹਾਨੂੰ ਸਾਰਿਆਂ ਨੂੰ ਚੇਤਾ ਆਏਗਾ ਆਪਣਾ ਬਚਪਨ, ਕਿਵੇਂ ਖੇਡਣ ਜਾਂਦੇ ਸੀ। ਖੇਡਦੇ ਖੇਡਦੇ ਥੱਕਦੇ ਨਹੀਂ ਸੀ। ਮਾਵਾਂ ਨੇ ਆਵਾਜ਼ਾਂ ਮਾਰਨੀਆਂ, ਓਏ ਘਰ ਆ ਜਾ, ਰੋਟੀ ਪਾਈ ਪਈ ਹੈ, ਦੁੱਧ ਗਰਮ ਕਰ ਦਿੱਤਾ, ਪਰ ਨਹੀਂ, ਸਾਨੂੰ ਵੇਲ ਹੀ ਨਹੀਂ। ਖੇਡੀ ਜਾਂਦੇ ਆ ਤੇ ਮਾਂ ਕੋਲੋਂ ਕਈ ਵਾਰ 3-4 ਚੰਡਾਂ ਵੀ ਪੈ ਜਾਣੀਆਂ ਤੇ ਅਸੀਂ ਕੁੱਟ ਵੀ ਖਾਈ ਜਾਣੀ ਤੇ ਨਾਲ ਆਪਣੇ ਦੋਸਤਾਂ ਨੂੰ ਆਵਾਜ਼ਾਂ ਮਾਰੀ ਜਾਣੀਆਂ, ਬਸ ਦੁੱਧ ਪੀ ਕੇ ਆਇਆ। ਬਸ ਇੰਨਾ ਚਾਹ ਹੁੰਦਾ ਸੀ ਖੇਡਣ ਦਾ। ਪਰ ਅੱਜ ਖੇਡਾਂ ਕਿੱਥੇ ਚਲੀਆਂ ਗਈਆਂ। ਅੱਜ ਬੱਚੇ ਖੇਡਣ ਵਾਸਤੇ ਗਰਾਊਂਡਸ ਦੇ ਵਿੱਚ ਨਹੀਂ ਜਾਂਦੇ, ਬਾਹਰ ਖੇਡਣ ਨਹੀਂ ਜਾਂਦੇ। ਪਹਿਲਾਂ ਜਦੋਂ ਘਰੋਂ ਬਾਹਰ ਨਿਕਲਣਾ ਤੇ ਥੱਲੇ ਦੇਖਣਾ, ਥਾਂ ਥਾਂ ਦੇ ਉੱਤੇ ਬੱਚੇ ਖੇਡਦੇ ਪਏ ਨੇ, ਕਿਤੇ ਬੈਠੇ ਨੇ, ਕਿਤੇ ਖੜੇ ਨੇ, ਕਿਤੇ ਬੰਟੇ ਖੇਡਦੇ ਪਏ ਨੇ, ਕਿਤੇ ਪੀਚੋ ਖੇਡਦੇ ਪਏ ਨੇ, ਕਿਤੇ ਗੁੱਲੀ ਡੰਡਾ ਚੱਲਦਾ ਪਿਆ। ਮਤਲਬ ਹਰ ਤਰ੍ਹਾਂ ਦੀ ਖੇਡ ਅਸੀਂ ਖੇਡਦੇ ਸੀ। ਜ਼ਮੀਨ ਨਾਲ ਜੁੜੀਆਂ ਹੋਈਆਂ ਖੇਡਾਂ, ਜ਼ਿੰਦਗੀ ਨਾਲ ਜੁੜੀਆਂ ਹੋਈਆਂ ਖੇਡਾਂ, ਜ਼ਿੰਦਗੀ ਦੇ ਵਿੱਚੋਂ ਨਿਕਲੀਆਂ ਹੋਈਆਂ ਖੇਡਾਂ। ਉਹਨਾਂ ਖੇਡਾਂ ਨੂੰ ਯਾਦ ਕਰਾਂਗੇ ਤੇ ਅੱਜ ਦੇ ਸਮੇਂ ਨੂੰ ਯਾਦ ਕਰਾਂਗੇ। ਖੇਡਾਂ ਦੇ ਵਿੱਚ ਬਦਲਾਅ ਕਿੱਦਾਂ ਦਾ ਹੋਣਾ ਚਾਹੀਦਾ ਤਾਂ ਕਿ ਸਾਡੀ ਸ਼ਖਸੀਅਤ ਦੇ ਵਿੱਚ ਬਦਲਾਅ ਆਵੇ, ਜ਼ਿੰਦਗੀ ਦੇ ਵਿੱਚ ਬਦਲਾਅ ਆਵੇ, ਅਸੀਂ ਮੁੜ ਤੋਂ ਜਿਉਣਾ ਸਿੱਖ ਲਈਏ, ਕਿਉਂਕਿ ਖੇਡਾਂ ਸਾਨੂੰ ਜਿਉਣਾ ਸਿਖਾਉਂਦੀਆਂ ਨੇ। ਇਸੇ ਦਿਨ ਵਾਸਤੇ ਸਾਡੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪ੍ਰਿੰਸੀਪਲ ਸਾਹਿਬ ਨੇ ਰਾਕੇਸ਼ ਸ਼ਰਮਾ ਜੀ, ਗਵਰਨਮੈਂਟ ਗਰਲਸ ਸਕੂਲ ਜ਼ੀਰਾ ਦੇ ਵਿੱਚ ਪ੍ਰਿੰਸੀਪਲ ਨੇ, ਤੇ ਸਾਡੀ ਖੁਸ਼ਕਿਸਮਤੀ ਸਾਡੇ ਨਾਲ ਅਧਿਆਪਕ, ਕਿਉਂਕਿ ਕਹਿੰਦੇ ਨੇ ਕਿ ਦੇਸ਼ ਨੂੰ ਸੰਭਾਲਣ ਵਾਸਤੇ ਅਧਿਆਪਕ ਜ਼ਰੂਰੀ ਹੁੰਦੇ ਨੇ। ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਸ਼ੋਅ ਦੇ ਵਿੱਚ। ਧੰਨਵਾਦ ਜੀ। ਸੋ ਬਚਪਨ ਦੀਆਂ ਗੱਲਾਂ ਤੁਹਾਨੂੰ ਵੀ ਯਾਦ ਆਈਆਂ ਹੋਣਗੀਆਂ। ਬਿਲਕੁਲ ਜੀ, ਬਿਲਕੁਲ। ਤੁਸੀਂ ਵੀ ਖੇਡਣ ਜਾਂਦੇ ਹੋਗੇ। ਬਿਲਕੁਲ। ਮਾਤਾ ਜੀ ਬੁਲਾਉਂਦੇ ਹੋਣਗੇ। ਬਿਲਕੁਲ ਜੀ। ਕੁੱਟ ਵੀ ਪੈਂਦੀ ਹੋਏਗੀ, ਜ਼ਾਹਿਰ ਤੌਰ ਤੇ ਸਾਨੂੰ ਸਾਰਿਆਂ ਨੂੰ ਪੈਂਦੀ ਰਹੀ ਹੈ। ਸੋ ਖੇਡਾਂ ਕਿੰਨੀਆਂ ਕੁ ਜ਼ਰੂਰੀ ਨੇ ਸਾਡੇ ਜੀਵਨ ਦੇ ਵਿੱਚ? ਸੰਜੀਵ ਜੀ, ਮੈਨੂੰ ਲੱਗਦਾ ਕਿ ਖੇਡਾਂ ਨੂੰ ਜ਼ਰੂਰੀ ਕਹਿਣਾ ਨਾਲੋਂ ਇਹ ਜ਼ਿਆਦਾ ਜ਼ਰੂਰੀ ਹੈ ਕਿ ਖੇਡਾਂ ਸਾਡੀ ਸਹਿਜਤਾ ਹੈ, ਮਨੁੱਖ ਦਾ ਇੱਕ ਕੁਦਰਤੀ ਵਰਤਾਰਾ ਹੈ ਖੇਡਣਾ, ਜਦੋਂ ਸੁਭਾਅ ਹੈ। ਅੱਛਾ ਜੀ। ਇਹਨਾਂ ਤੋਂ ਰੋਕਣਾ ਸਗੋਂ ਜੁਰਮ ਹੋ ਸਕਦਾ। ਇਹਨਾਂ ਦੀ ਜ਼ਰੂਰਤ ਤਾਂ ਇਹ ਹੈ ਕਿ ਅਸੀਂ ਸਾਡੇ ਅੰਦਰ ਖੇਡਣ ਹੈ, ਸਾਡੇ ਅੰਦਰ ਚਾਹ ਹੈ, ਜੋ ਉਲਾਰ ਹੈ, ਅਸੀਂ ਖੁਸ਼ ਹੁੰਦੇ ਹਾਂ, ਨੱਚਦੇ ਹਾਂ, ਟੱਪਦੇ ਹਾਂ, ਦੌੜਦੇ ਹਾਂ। ਇਹ ਸਾਡੇ ਕੁਦਰਤੀ ਵਰਤਾਰੇ ਔਰ ਇਹਨਾਂ ਤੋਂ ਹੀ ਸਾਡੀਆਂ ਜਿਹੜੀਆਂ ਵਿਰਾਸਤੀ ਖੇਡਾਂ ਦੀ ਜੇ ਆਪਾਂ ਗੱਲ ਕਰੀਏ, ਸਾਰੀਆਂ ਇਹਨਾਂ ਦਾ ਹੀ ਪ੍ਰਤੀਬਿੰਬ ਹੈ। ਜੇਕਰ ਅਸੀਂ ਦੌੜਦੇ ਹਾਂ, ਅਸੀਂ ਹੱਸਦੇ ਹਾਂ, ਅਸੀਂ ਟੱਪਦੇ ਹਾਂ, ਔਰ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੱਸਣ ਖੇਡਣ ਮਨ ਕਾ ਚਾਓ, ਤਾਂ ਇੱਕ ਮਨੁੱਖ ਦਾ ਕੁਦਰਤੀ ਵਰਤਾਰਾ। ਔਰ ਇਸ ਤੋਂ ਬਿਨਾਂ ਮੈਨੂੰ ਲੱਗਦਾ ਕਿ ਸਾਡੀ ਨਾ ਤਾਂ ਐਜੂਕੇਸ਼ਨ ਪੂਰੀ ਹੋ ਸਕਦੀ ਹੈ, ਨਾ ਇੱਕ ਇਨਸਾਨ ਦੀ ਸ਼ਖਸੀਅਤ ਹੀ ਮੁਕੰਮਲ ਹੋ ਸਕਦੀ ਹੈ। ਔਰ ਖੇਡਾਂ ਇਨਸਾਨ ਨੂੰ ਸਹੀ ਮਾਇਨੇ ਦੇ ਵਿੱਚ ਇਨਸਾਨੀ ਜ਼ਿੰਦਗੀ ਦੀ ਜੋ ਥਿਊਰੀ ਹੈ ਉਹਨੂੰ ਪ੍ਰੈਕਟੀਕਲੀ, ਉਹਨੂੰ ਵਿਵਹਾਰਕ ਤੌਰ ਤੇ ਪ੍ਰਯੋਗ ਹੈ ਜਿਹੜਾ ਹੁੰਦਾ, ਉਹ ਖੇਡਾਂ ਦੇ ਰਾਹੀਂ ਪ੍ਰਤੀਬਿੰਬ ਬਣ ਕੇ ਮਨੁੱਖ ਦਾ ਜਿਹੜਾ ਸ਼ਖਸੀਅਤ ਨਿਖਰਦੀ ਹੈ ਔਰ ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਮਨੁੱਖ ਬਣਦਾ। ਬਿਲਕੁਲ, ਤੁਸੀਂ ਮਹਾਂਪੁਰਖਾਂ ਦੀ ਜ਼ਿਕਰ ਕਰਦੇ ਹੋ। ਮਹਾਂਪੁਰਖ ਵੀ ਸਮਝਾਉਂਦੇ ਰਹੇ ਨੇ ਕਿ ਸਾਡੇ ਕੋਲ ਸਰੀਰਕ ਬਲ ਹੋਣਾ ਚਾਹੀਦਾ ਬੁੱਧੀ ਦੇ ਬਲ ਦੇ ਨਾਲ ਨਾਲ। ਔਰ ਮਹਾਂਪੁਰਖ ਤੇ ਵੀ ਕਹਿੰਦੇ ਨੇ ਕਿ ਇਹ ਸਾਰੀ ਦੁਨੀਆ ਵੀ ਪਰਮਾਤਮਾ ਦੀ ਖੇਡ ਹੈ। ਜਦੋਂ ਉਹ ਖੇਡ ਖੇਡਦਾ ਤੇ ਫਿਰ ਅਸੀਂ ਕਿਉਂ ਨਾ ਖੇਡਾਂ ਖੇਡੀਏ। ਸੋ ਸਾਡੇ ਜੀਵਨ ਦੇ ਉੱਤੇ ਕਿੰਨਾ ਪ੍ਰਭਾਵ ਪਾਉਂਦੀਆਂ ਨੇ, ਸਾਡੀ ਜੀਵਨ ਸ਼ੈਲੀ ਦੇ ਉੱਤੇ ਖੇਡਾਂ? ਮੇਰਾ ਇਹ ਮੰਨਣਾ ਕਿ ਸਾਨੂੰ ਬਹੁਤ ਕੁਛ ਹੈ ਜੋ ਸਾਡੀ ਪਰੰਪਰਾਰਿਕ ਜਿਹੜੀ ਸਿੱਖਿਆ ਹੈ ਉਹ ਕਿਤੇ ਨਾ ਕਿਤੇ ਮਾਈਨਸ ਹੋ ਜਾਂਦਾ, ਉਹਦੇ 'ਚ ਕੋਈ ਚੀਜ਼ਾਂ ਦੀ ਘਾਟ ਰਹਿ ਜਾਂਦੀ ਹੈ। ਫੋਰ ਐਗਜ਼ਾਮਪਲ ਕਿ ਜਦੋਂ ਅਸੀਂ ਸਿੱਖਿਆ ਦਿੰਦੇ ਹਾਂ, ਹਰ ਅਧਿਆਪਕ ਦਾ, ਹਰ ਪ੍ਰਿੰਸੀਪਲ ਦਾ ਇਵਨ ਇਹ ਕੋਸ਼ਿਸ਼ ਹੁੰਦੀ ਕਿ ਬੱਚੇ ਮੈਰਿਟ ਵਿੱਚ ਆ ਜਾਣ, ਬੱਚੇ ਪੜ੍ਹਨ, 8-8 ਘੰਟੇ ਪੜ੍ਹਨ, 10-10 ਘੰਟੇ ਪੜ੍ਹਨ, ਪਰ ਅਸੀਂ ਹਮੇਸ਼ਾ ਬੱਚਿਆਂ ਨੂੰ ਜਿੱਤਣ ਵੱਲ ਪ੍ਰੇਰਿਤ ਕਰਦੇ ਹਾਂ, ਫਸਟ ਆਉਣ ਵੱਲ ਪ੍ਰੇਰਿਤ ਕਰਦੇ ਹਾਂ। ਖੇਡਾਂ ਮੇਰਾ ਖਿਆਲ ਹੈ ਕਿ ਇੱਕ ਜ਼ਿੰਦਗੀ ਦਾ ਇਸ ਤਰ੍ਹਾਂ ਦਾ ਹਿੱਸਾ ਆ, ਖੇਡਾਂ ਇਸ ਤਰ੍ਹਾਂ ਦਾ ਪਾਰਟ ਨਿਭਾਉਂਦੀਆਂ ਕਿ ਜਿਹੜਾ ਵਿਦਿਆਰਥੀ ਨੂੰ, ਇਨਸਾਨ ਨੂੰ ਹਾਰਨਾ ਵੀ ਸਿਖਾਉਂਦੀਆਂ। ਤਾਂ ਹੋਰ ਕਿਸੇ ਸਿੱਖਿਆ ਦੇ ਵਿੱਚ, ਹੋਰ ਕਿਸੇ ਫੀਲਡ ਦੇ ਵਿੱਚ ਹਾਰ ਨੂੰ ਕਬੂਲ ਕਰਨਾ, ਉਹਨੂੰ ਬਰਦਾਸ਼ਤ ਕਰਕੇ ਫਿਰ ਜਿੱਤ ਲਈ ਅੱਗੇ ਵਧਣਾ, ਇਹ ਸ਼ਾਇਦ ਕਿਸੇ ਹੋਰ ਫੀਲਡ ਦੇ ਵਿੱਚ ਨਹੀਂ ਹੈ। ਬਹੁਤ ਮਹੱਤਵਪੂਰਨ ਗੱਲ ਤੁਸੀਂ ਕਹੀ ਹੈ ਕਿ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਸਿੱਖਣ ਵਾਸਤੇ ਹਾਰਨਾ ਵੀ ਆਉਣਾ ਚਾਹੀਦਾ, ਬਹੁਤ ਜ਼ਰੂਰੀ ਹੈ। ਵਾਹ ਵਾਹ ਵਾਹ। ਔਰ ਜੋ ਹਾਰ ਨੂੰ ਸਵੀਕਾਰ ਕਰੇਗਾ ਉਹ ਚੰਗਾ ਖਿਡਾਰੀ ਬਣ ਸਕਦਾ, ਕਿਉਂਕਿ ਅਗਲੀ ਵਾਰ ਉਹ ਜਿੱਤ ਵਾਸਤੇ ਕੋਸ਼ਿਸ਼ ਜ਼ਰੂਰ ਕਰਦਾ। ਬਿਲਕੁਲ ਜੀ, ਬਿਲਕੁਲ। ਸੋ ਇੱਕ ਚੰਗਾ ਵਿਦਿਆਰਥੀ ਉਹ ਬਣ ਜਾਂਦਾ। ਅਸੀਂ ਸਾਰੇ ਕੁਦਰਤ ਦੇ ਵਿਦਿਆਰਥੀ ਹਾਂ, ਤਾਂ ਕੁਦਰਤ ਸਾਨੂੰ ਕੀ ਸਿਖਾਉਂਦੀ ਹੈ ਕਿ ਇੱਕ ਵਿਦਿਆਰਥੀ ਦੇ ਲਈ ਖੇਡਾਂ ਕਿੰਨੀਆਂ ਕੁ ਜ਼ਰੂਰੀ ਨੇ, ਚਾਹੇ ਅਸੀਂ ਸਕੂਲ ਦੀ ਗੱਲ ਵੀ ਕਰੀਏ, ਕਾਲਜ, ਯੂਨੀਵਰਸਿਟੀ ਦੀ ਵੀ ਗੱਲ ਕਰੀਏ। ਜੀ, ਜੇ ਆਪਾਂ ਪੁਰਾਣੀਆਂ ਖੇਡਾਂ ਦੀ ਗੱਲ ਕਰੀਏ ਜਿਹਦੇ ਵਿੱਚ ਕੁਦਰਤ ਵਸੀ ਹੋਈ ਸੀਗੀ, ਮਿੱਟੀ ਦੇ ਨਾਲ ਮਿੱਟੀ ਹੋਣਾ, ਕਬੱਡੀ ਖੇਡਣਾ, ਕੁਸ਼ਤੀਆਂ ਕਰਨਾ ਔਰ ਇੱਕ ਦੂਜੇ ਨਾਲ ਲੜਨਾ ਝਗੜਨਾ, ਇੱਥੋਂ ਤੱਕ ਕਿ ਜੇ ਅਸੀਂ ਪਿੱਛਲ ਝਾਤ ਮਾਰ ਕੇ ਵੇਖੀਏ ਤਾਂ ਖੇਡਾਂ ਇਸ ਤਰ੍ਹਾਂ ਦੀਆਂ ਸਨ ਜਿਨ੍ਹਾਂ ਵਾਸਤੇ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਉਂਗਲ ਨਾਲ ਸਟਾਪੂ ਬਣਾਇਆ,
ਉਹਦੇ 6 ਖਾਨੇ ਬਣਾਏ, ਇੱਕ ਖਾਨੇ ਤੇ ਕਾਂਟਾ ਮਾਰ ਕੇ ਕਹਿ ਦਿੱਤਾ ਕਿ ਇਹ ਰੱਬ ਦਾ ਖਾਨਾ ਔਰ ਇਹਨੂੰ ਟੱਪਣਾ ਨਹੀਂ ਗਾ, ਇਹਦੇ 'ਚ ਪੈਰ ਨਹੀਂ ਰੱਖਣਾ, ਇਹਨੂੰ ਟੱਪ ਕੇ ਅੱਗੇ ਜਾਣਾ। ਰੱਬ ਨਾਲ ਜੁੜ ਗਏ, ਰੱਬ ਨਾਲ ਜੁੜ ਕੇ ਅਸੀਂ ਖੇਡਦੇ ਰਹੇ ਹਾਂ। ਸਾਡੇ ਕੋਲ ਸਾਈਕਲ ਦਾ ਟਾਇਰ ਹੈ, ਉਹਦੇ ਨਾਲ ਡੰਡਾ ਲਿਆ ਤੇ ਉਹਨੂੰ ਭਜਾ ਕੇ ਅਸੀਂ 10-10 ਕਿਲੋਮੀਟਰ ਸਫ਼ਰ ਤੈਅ ਕਰਦੇ ਰਹੇ। ਦੌੜਾਂ ਦੀ ਪ੍ਰੈਕਟਿਸ ਹੋ ਗਈ। ਪਿੱਠੂ ਗਰਮ ਹੋਰ ਕੁਛ ਨਹੀਂ ਹੈਗਾ, ਪਿੱਠੂ ਗਰਮ ਲੈ ਲਿਆ ਬਾਂਦਰ ਅਸੀਂ, ਕਿੱਲਾ, ਟੁੱਟੇ ਹੋਏ ਘੜੇ ਦੀਆਂ ਡਿਕਰੀਆਂ ਇਕੱਠੀਆਂ ਕੀਤੀਆਂ, ਇੱਕ ਖਿੱਦੋ ਬਣਾਈ, ਉਹਦੇ ਨਾਲ ਖੇਡਣ ਕਰ ਲੱਗ ਪਿਆ, ਬਾਂਦਰ ਕਿੱਲਾ ਖੇਡਣ ਲੱਗ ਪਏ। ਤਾਂ ਜੇਕਰ ਅਸੀਂ ਵੇਖੀਏ ਤੇ ਉਹਨਾਂ ਚੀਜ਼ਾਂ ਵਾਸਤੇ ਕੁਛ ਵੀ ਜ਼ਰੂਰਤ ਨਹੀਂ, ਸਿਰਫ ਮਨ ਦਾ ਉਲਾਸ ਹੈ। ਅਸੀਂ ਖੇਡਣਾ ਇਸ ਕਰਕੇ ਸਿਰਫ ਕਿ ਅਸੀਂ ਖੇਡਣਾ ਹੈ, ਔਰ ਉਹਦੇ ਵਾਸਤੇ ਅਸੀਂ ਕੁਛ ਵੀ ਜੁਗਾੜ ਬਣਾ ਲਿਆ ਔਰ ਅਸੀਂ ਖੇਡਣਾ ਸ਼ੁਰੂ ਕਰ ਦਿੱਤਾ। ਸਾਡੇ ਦਰਸ਼ਕਾਂ ਵਿੱਚ ਨਾ ਕਈ ਮਾਤਾ ਜੀ ਵੀ ਨੇ, ਉਹ ਕਹਿਣਗੇ ਸਾਡੇ ਬਚਪਨ ਦੀ ਗੱਲ ਕਰੋ, ਪੀਚੋ ਜੀ, ਗੀਟੇ ਉਹ ਵੀ ਗੱਲ ਕਰੋ। ਬਿਲਕੁਲ ਜੀ। ਔਰ ਲੜਕੇ ਹੋਣ ਚਾਹੇ ਲੜਕੀਆਂ ਹੋਣ, ਹਰ ਗਲੀ ਦੇ ਵਿੱਚ, ਹਰ ਮੁਹੱਲੇ ਦੇ ਵਿੱਚ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲਣਾ ਤਾਂ ਤੁਹਾਨੂੰ ਮੈਕਸਿਮਮ ਜਿਹੜੇ ਬੱਚੇ ਆ, ਵੱਧ ਤੋਂ ਵੱਧ ਵਿਦਿਆਰਥੀ ਆ ਜਿਹੜੇ ਉਸ ਉਮਰ ਦੇ ਬੱਚੇ, ਉਹ ਖੇਡਦੇ ਹੋਏ ਦਿਖਾਈ ਦਿੰਦੇ ਸੀ। ਅੱਜ ਤੁਸੀਂ ਗਲੀਆਂ ਦੇ ਵਿੱਚੋਂ ਜੇਕਰ ਸੜਕਾਂ ਤੋਂ ਲੰਘੋ ਤਾਂ ਜੇਕਰ ਤੁਹਾਨੂੰ ਕੋਈ ਦੱਸੇਗਾ ਤਾਂ ਕੇਵਲ ਤੇ ਕੇਵਲ ਮੋਬਾਈਲ ਤੇ ਵਿਅਸਤ ਦਿਸੇਗਾ, ਅਦਰਵਾਈਜ਼ ਤੁਹਾਨੂੰ ਕੋਈ ਖੇਡਦਾ ਹੋਇਆ ਬੱਚਾ ਵੇਖਣਾ ਹੋਵੇ ਤੇ ਵਿਚਲਿਤ ਹੋ ਜਾਂਦਾ। ਔਰ ਗਰਾਊਂਡਾਂ ਖਾਲੀ ਪਈਆਂ ਔਰ ਘਰਾਂ ਦੇ ਵਿੱਚ, ਡਰਾਇੰਗ ਰੂਮਾਂ ਦੇ ਵਿੱਚ ਬੱਚੇ ਜਿਹੜੇ ਆ ਮੋਬਾਈਲ ਲੈ ਕੇ ਬੈਠੇ ਆ। ਇਹ ਬੜੀ ਵਿਪਰੀਤ ਪਰਿਸਥਿਤੀ ਬਣੀ ਹੈ, ਪਰ ਸਾਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਬੱਚਿਆਂ ਨੂੰ, ਇਹ ਬਹੁਤ ਜ਼ਰੂਰੀ ਹੈ। ਸੋ ਮੋਬਾਈਲ ਦੀ ਤੁਸੀਂ ਗੱਲ ਕੀਤੀ ਹੈ, ਟੀਵੀ, ਆਈਪੈਡ, ਸਾਰਾ ਦਿਨ ਇਹਦੇ ਉੱਤੇ ਹੀ ਲੱਗੇ ਰਹਿੰਦੇ ਨੇ ਔਰ ਅੱਖਾਂ ਸਾਰਾ ਦਿਨ ਉਹਦੇ ਉੱਤੇ ਲਗਾਈ ਰੱਖਦੇ ਨੇ, ਨਿੱਕੀ ਜਿਹੀ ਸਕਰੀਨ ਦੇ ਉੱਤੇ, ਔਰ ਇੰਨੇ ਜ਼ਿਆਦਾ ਉਹਦੇ ਵਿੱਚ ਵਿਅਸਤ ਨੇ ਕਿ ਨਾਲ ਦੇ ਬੈਠੇ ਬੰਦੇ ਦਾ ਨਹੀਂ ਪਤਾ ਕੌਣ ਘਰ ਆਇਆ, ਕੌਣ ਘਰੋਂ ਗਿਆ, ਜਾਂ ਅਸੀਂ ਤੁਰਦੇ ਤੁਰਦੇ ਕਿੱਧਰ ਜਾ ਰਹੇ ਹਾਂ। ਇੱਥੋਂ ਤੱਕ ਕਿ ਮੋਟਰਸਾਈਕਲ ਚਲਾਉਂਦੇ ਹੋਏ ਵੀ ਮੋਬਾਈਲ ਦੇਖਦੇ ਪਏ ਨੇ, ਇਹ ਹਾਲਤ ਹੋ ਚੁੱਕੀ ਹੈ। ਬਿਲਕੁਲ ਬਿਲਕੁਲ। ਕਿੰਨੀ ਕੁ ਦੂਰ ਜਾ ਚੁੱਕੇ ਹਾਂ ਗਰਾਊਂਡਸ ਤੋਂ, ਜੀਵਨ ਤੋਂ, ਮਿੱਟੀ ਤੋਂ। ਖੇਡਾਂ ਦਾ ਅਸਲ ਮਕਸਦ ਤਾਂ ਸਾਡਾ ਸਰੀਰਕ ਕੰਮ ਸੀਗਾ, ਅਸੀਂ ਸਰੀਰਕ ਕੰਮ ਦੇ ਵਿੱਚ ਵਿਅਸਤ ਹੋਣਾ ਸੀਗਾ। ਅਸਲ ਵਿੱਚ ਜਦੋਂ ਅਸੀਂ ਮਾਨਸਿਕ ਤਣਾਅ ਲੈਂਦੇ ਆ, ਸਾਨੂੰ ਕੋਈ ਵੀ ਚੀਜ਼ ਜਿਹੜੀ ਆ, ਕੋਈ ਵੀ ਕੰਮ ਹੈ ਜਾਂ ਕੋਈ ਸਾਡੀ ਸਿੱਖਿਆ ਹੈ, ਉਹ ਸਾਨੂੰ ਮਾਨਸਿਕ ਤੌਰ ਤੇ ਥਕਾਉਂਦੀ ਹੈ। ਔਰ ਖੇਡਾਂ ਇੱਕ ਇਸ ਤਰ੍ਹਾਂ ਦਾ ਸਾਧਨ ਸੀਗਾ ਜਿਹਦੇ ਨਾਲ ਫਿਜ਼ੀਕਲ ਐਕਸਰਸਾਈਜ਼ ਕਰਕੇ ਸਾਡੇ ਮਨ ਦੀ ਥਕਾਨ ਵੀ ਉਤਰਦੀ ਸੀਗੀ, ਦਿਮਾਗ ਦੀ ਥਕਾਨ ਵੀ ਉਤਰਦੀ ਸੀ, ਔਰ ਸਾਡਾ ਸਰੀਰ ਤੰਦਰੁਸਤ ਹੁੰਦਾ ਸੀਗਾ। ਅਸੀਂ ਇਹਨਾਂ ਚੀਜ਼ਾਂ ਤੋਂ ਪਿਛਲੇ ਜੋ ਕੁਝ ਸਾਲ ਵਾਪਰੇ ਆ, ਇਹਨਾਂ ਦੇ ਵਿੱਚ ਅਸੀਂ ਉਹ ਸਾਰੇ ਗਰਾਊਂਡ ਛੱਡ ਕੇ, ਜਿਹਦੇ ਨਾਲ ਸਾਡੀ ਮਾਨਸਿਕ ਥਕਾਨ ਉਤਰਨੀ ਸੀ, ਜਿਹਦੇ ਨਾਲ ਅਸੀਂ ਰਿਸ਼ਟ ਪੁਸ਼ਟ ਹੋਣਾ ਸੀਗਾ, ਜਿਹਦੇ ਨਾਲ ਅਸੀਂ ਤੰਦਰੁਸਤੀ ਨੂੰ ਬਹਾਲ ਕਰਨਾ ਸੀਗਾ, ਉਹਨਾਂ ਚੀਜ਼ਾਂ ਤੋਂ ਦੂਰ ਹੋ ਕੇ ਅਸੀਂ ਮੋਬਾਈਲਾਂ ਵੱਲ ਚੱਲ ਗਏ। ਅੱਜ ਕੱਲ੍ਹ ਤਾਂ ਉਹ ਇੱਕ ਕਹਾਵਤ ਤੁਸੀਂ ਸੁਣੀ ਹੋਣੀ ਹੈ ਕਿ ਉਹ ਬੱਚੇ ਦੀ ਮਾਂ ਡਾਕਟਰ ਕੋਲ ਲੈ ਕੇ ਜਾਂਦੀ ਹੈ ਕਿ ਇਹਨੂੰ ਪ੍ਰੋਬਲਮ ਰਹਿੰਦੀ ਹੈ, ਠੀਕ ਨਹੀਂ ਹੁੰਦਾ, ਤਾਂ ਡਾਕਟਰ ਸਲਾਹ ਦਿੰਦੇ ਜੀ ਇਹਨੂੰ ਖੇਡਾਂ 'ਚ ਭਾਗ ਦਿਵਾਇਆ ਕਰੋ, ਕਿਉਂਕਿ ਜਿੰਨਾ ਇਹ ਖੇਡੇਗਾ ਇਹਦੀ ਐਕਸਰਸਾਈਜ਼ ਹੋਏਗੀ, ਇਹਦਾ ਜਿਹੜਾ ਪਾਚਨ ਸ਼ਕਤੀ ਵੀ ਸਹੀ ਹੋਏਗੀ, ਭੋਜਨ ਵੀ ਪਚੇਗਾ ਔਰ ਇਹ ਤੰਦਰੁਸਤ ਵੀ ਹੋਏਗਾ। ਤਾਂ ਉਸ ਤੋਂ ਬਾਅਦ ਫਿਰ ਉਹ ਮਹੀਨੇ ਬਾਅਦ ਜਾਂਦੇ ਜੀ, ਇਹਨੂੰ ਤਾਂ ਕੋਈ ਫਰਕ ਨਹੀਂ ਪਿਆ। ਉਹ ਬੱਚੇ ਨੂੰ ਪੁੱਛਦੇ ਆ ਡਾਕਟਰ ਕਿ ਤੁਹਾਨੂੰ ਬੇਟਾ ਖੇਡਦੇ ਹੋ? ਕਹਿੰਦਾ ਜੀ ਹਾਂਜੀ ਖੇਡਦਾ। ਕਿੰਨੇ ਘੰਟੇ ਖੇਡਦੇ ਹੋ ਜੀ? 3-4 ਘੰਟੇ ਖੇਡਦਾ। ਕੀ ਖੇਡਦੇ ਹੋ? ਕਹਿੰਦੇ ਜੀ ਮੋਬਾਈਲ ਤੇ ਗੇਮ ਖੇਡਦਾ। ਸਾਡੀ ਇਹ ਸਥਿਤੀ ਬਣ ਗਈ ਹੈ ਕਿ ਗਰਾਊਂਡਾਂ ਤੋਂ ਟੁੱਟ ਕੇ ਬੱਚੇ ਮੋਬਾਈਲਾਂ 'ਚ, ਟੀਵੀ 'ਚ ਔਰ ਪੈਡ ਦੇ ਉੱਪਰ ਜਿਹੜੇ ਆ ਗਏ ਆ, ਉਹਦੇ ਨਾਲ ਜਿਹੜੀ ਫਿਜ਼ੀਕਲ ਐਕਸਰਸਾਈਜ਼ ਸੀਗੀ ਉਹਦੇ ਤੋਂ ਅਸੀਂ ਵਿਹੂਣੇ ਹੋ ਗਏ, ਔਰ ਉਹਦੇ ਬੜੇ ਜਿਹੜੇ ਆ ਗਲਤ ਔਰ ਜਿਹੜੇ ਨੁਕਸਾਨਦਾਇਕ ਨਤੀਜੇ ਸਾਡੇ ਸਾਹਮਣੇ ਆ ਰਹੇ ਆ ਕਿ ਬੱਚਿਆਂ 'ਚ ਓਬੈਸਿਟੀ ਆ ਗਈ ਹੈ, ਬੱਚੇ 10 ਮੋਟਾਪਾ ਆ ਗਿਆ, ਔਰ ਬੱਚੇ 10 ਕਦਮ ਚੱਲਣ 'ਚ ਉਹਨਾਂ ਨੂੰ ਸਾਹ ਮਹਿਸੂਸ ਹੁੰਦਾ, ਔਰ ਬੱਚਿਆਂ ਨੂੰ ਕੋਈ ਕੰਮ ਕਹਿ ਦਈਏ ਤੇ ਉਹਨਾਂ ਨੂੰ ਬੋਝ ਮਹਿਸੂਸ ਹੁੰਦਾ। ਜਿਨ੍ਹਾਂ ਵੇਲਿਆਂ 'ਚ ਅਸੀਂ ਪਲੇ ਵੱਡੇ ਹੋਏ ਆ, ਜੇਕਰ ਕਿਸੇ ਨੇ ਕੰਮ ਕਹਿ ਦੇਣਾ ਤਾਂ ਉਹਨੂੰ ਚਾਅ ਚੜ੍ਹ ਜਾਂਦਾ ਸੀਗਾ ਕਿ ਹੁਣ ਮੈਨੂੰ ਬਾਹਰ ਜਾਣ ਦਾ ਮੌਕਾ ਮਿਲੇਗਾ, ਮੈਨੂੰ ਗਲੀ 'ਚ ਜਾਣ ਦਾ ਮੌਕਾ ਮਿਲੇਗਾ, ਭੱਜਿਆ ਜਾਊਂਗਾ। ਔਰ ਇਹਨਾਂ ਮੋਬਾਈਲਾਂ ਨੇ ਔਰ ਇਹਨਾਂ ਗੇਮਾਂ ਨੇ ਬੱਚੇ ਦਾ ਅਸਲ 'ਚ ਬਚਪਨ ਖੋਹ ਲਿਆ। ਅਸੀਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਮਾਨਸਿਕ ਰੋਗੀ ਬਣਾ ਦਿੱਤਾ ਕਿ ਜਿਹੜੇ ਘਰੇ ਬੈਠ ਕੇ ਮੋਬਾਈਲ ਤੇ ਹੀ ਉਹਦੇ ਵਿੱਚ ਲੱਗਦੇ ਰਹਿੰਦੇ, ਉਹਦੇ ਨਾਲ ਉਹਨਾਂ ਨੂੰ ਰਿਲੈਕਸ ਹੋਣ ਦੀ ਬਜਾਏ ਸਗੋਂ ਟੈਨਸ਼ਨ ਹੁੰਦੀ ਹੈ, ਔਰ ਉਹ ਇੰਨੇ ਲਿਪਤ ਹੋ ਜਾਂਦੇ ਉਸ ਚੀਜ਼ ਦੇ ਵਿੱਚ। ਮੈਂ ਮਹਿਸੂਸ ਕੀਤਾ ਕਿ ਉਹ ਬੱਚੇ ਜੋ ਗੇਮ ਖੇਡ ਰਹੇ ਉਹਦੇ ਨਾਲ ਇੰਨਾ ਕੁਝ ਜੁੜ ਜਾਂਦੇ ਕਿ ਰਾਤ ਨੂੰ ਸੁਪਨੇ ਦੇ ਵਿੱਚ ਵੀ ਉਹ ਉਸ ਗੇਮ ਦੀ ਜਾਂ ਉਸ ਜੋ ਪਰੇਸ਼ਾਨੀ ਹੁੰਦੀ ਹੈ ਉਹਦੀ ਉਹ ਚਰਚਾ ਕਰਦੇ ਰਹਿੰਦੇ ਸੁਪਨਿਆਂ ਦੇ ਵਿੱਚ ਵੀ, ਔਰ ਉਹ ਕਦੇ ਵੀ ਮਾਨਸਿਕ ਰੂਪ 'ਚ ਸਵਸਥ ਨਹੀਂ ਹੁੰਦੇ ਔਰ ਫਰੈਸ਼ ਨਹੀਂ ਹੋ ਪਾਉਂਦੇ ਉਹ ਬੱਚੇ। ਔਰ ਕਈ ਵਾਰ ਨਾ ਉਹ ਗੇਮਸ ਬੜੀਆਂ ਖਤਰਨਾਕ ਨੇ, ਗੋਲੀਆਂ ਚਲਾਈ ਜਾਣੀਆਂ ਨੇ, ਕਿੰਨੇ ਸਕੋਰ, ਕਿੰਨੇ ਸੋਲਜਰਸ ਤੁਸੀਂ ਮਾਰੇ ਨੇ, ਉਹ ਬੜੀਆਂ ਖਤਰਨਾਕ ਦਿਮਾਗ ਵਾਸਤੇ ਨੇ। ਤੁਸੀਂ ਕੰਮ ਦੀ ਗੱਲ ਕਹੀ ਨਾ ਕਿ ਪਹਿਲਾਂ ਬੱਚਿਆਂ ਨੂੰ ਕੰਮ ਕਹਿੰਦੇ ਸੀ, ਉਹ ਕੰਮ ਕਰਨ ਭੱਜੇ ਜਾਂਦੇ ਸੀ। ਮੈਂ ਖੁਦ ਸਾਈਕਲ ਦੇ ਪਿੱਛੇ ਦਾਣੇ ਰੱਖ ਕੇ ਭਿਉਣ ਜਾਂਦਾ ਸੀ ਚੱਕੀ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਸੀ, ਬੜਾ ਵੱਡਾ ਕੰਮ ਕਰਨ ਚੱਲਿਆ ਮੈਂ। ਸੋ ਇਹ ਸਾਡੀ ਜ਼ਿੰਦਗੀ ਰਹੀ ਹੈ। ਜ਼ਿੰਦਗੀ ਦੇ ਵਿੱਚੋਂ ਨਿਕਲੀਆਂ ਹੋਈਆਂ ਖੇਡਾਂ ਹਮੇਸ਼ਾ ਸਾਨੂੰ ਜ਼ਿੰਦਗੀ ਵੱਲ ਲੈ ਕੇ ਜਾਂਦੀਆਂ ਨੇ। ਅੱਛਾ, ਦੋ ਚੀਜ਼ਾਂ ਹੁੰਦੀਆਂ ਨੇ, ਆਪਾਂ ਮੋਬਾਈਲ ਦੀ ਵੀ ਗੱਲ ਕਰਦੇ ਪਏ ਹਾਂ, ਪਹਿਲਾਂ ਵੀ ਤਾਂ ਇਨਡੋਰ ਗੇਮਸ ਹੁੰਦੀਆਂ ਸੀ ਨਾ, ਕੈਰਮ ਬੋਰਡ, ਤਾਸ਼ ਖੇਡਣਾ, ਬਾਹਰ ਮੀਂਹ ਪੈਂਦਾ ਪਿਆ ਨਹੀਂ ਜਾ ਸਕਦੇ, ਘਰ ਬਹਿ ਕੇ ਕੈਰਮ ਬੋਰਡ ਖੇਡ ਲਓ, ਔਰ ਟੇਬਲ ਟੈਨਿਸ ਵੀ ਹੈਗੀ ਹੈ, ਬੈਡਮਿੰਟਨ ਵੀ ਇਨਡੋਰ ਗੇਮ ਹੋ ਜਾਂਦੀ ਹੈ। ਸੋ ਇਨਡੋਰ ਔਰ ਆਊਟਡੋਰ ਗੇਮਸ, ਇਹ ਦੋਨਾਂ ਬਾਰੇ ਜ਼ਰਾ ਗੱਲ ਕਰਦੇ ਹਾਂ। ਇਨਡੋਰ ਔਰ ਆਊਟਡੋਰ ਗੇਮ ਅਸਲ ਦੇ ਵਿੱਚ ਤਾਂ ਗੇਮ ਦਾ ਮਤਲਬ ਤਾਂ ਇਹ ਹੈ ਕਿ ਤੁਸੀਂ ਕਿਸੇ ਨਾਲ ਖੇਡੋ।
ਜੇਕਰ ਤੁਸੀਂ ਮੋਬਾਈਲ ਤੇ ਖੁਦ ਨਾਲ ਹੀ ਖੇਡ ਰਹੇ ਹੋ ਤਾਂ ਇਹ ਕੋਈ ਖੇਡ ਨਹੀਂ ਹੋ ਸਕਦੀ। ਸਿੰਪਲ ਜੀ ਗੱਲ ਹੈ ਕਿ ਖੇਡ ਤੁਹਾਨੂੰ ਜੋੜਦੀ ਹੈ, ਜਿਹੜੀ ਤੁਹਾਡੀ ਮੋਬਾਈਲ ਦੀ ਗੇਮ ਹੈ ਉਹ ਤੁਹਾਨੂੰ ਤੋੜਦੀ ਹੈ, ਸਮਾਜ ਨਾਲੋਂ ਤੋੜਦੀ ਹੈ, ਪਰਿਵਾਰ ਨਾਲੋਂ ਤੋੜਦੀ ਹੈ। ਇਨਡੋਰ ਗੇਮ ਚਾਹੇ ਸੀਗੀਆਂ ਚਾਹੇ ਆਊਟਡੋਰ ਗੇਮ ਸੀਗੀਆਂ, ਇਨਡੋਰ ਗੇਮ ਦਾ ਤਾਂ ਮੇਰਾ ਖਿਆਲ ਹੈ ਕਿ ਉਦੋਂ ਹੀ ਵਿਕਾਸ ਹੋਇਆ ਜਦੋਂ ਬਾਹਰ ਜਾਣਾ ਸੰਭਵ ਨਹੀਂ ਸੀਗਾ, ਜਾਂ ਮੀਂਹ ਪੈਂਦਾ ਪਿਆ ਜਾਂ ਕੋਈ ਪ੍ਰੋਬਲਮ ਹੈ ਜਾਂ ਗਰਾਊਂਡ ਨਹੀਂ ਹੈਗਾ, ਠੰਡ ਬਹੁਤ ਹੈ, ਗਰਮੀ ਬਹੁਤ ਹੈ। ਹਾਂ, ਅਸੀਂ ਆਪਣੇ ਮਨ ਦੇ ਚਾਅ ਪੂਰੇ ਕਰਨ ਵਾਸਤੇ ਘਰੇ ਤਾਸ਼ ਖੇਡ ਲਈ, ਉਹਦੇ ਵਿੱਚ ਵੀ ਅਸੀਂ 4 ਮੈਂਬਰ ਇਕੱਠੇ ਹੋਏ, ਅਸੀਂ ਕੈਰਮ ਬੋਰਡ ਖੇਡ ਲਿਆ, ਚੈਸ ਖੇਡ ਲਈ, ਹੋਰ ਬਹੁਤ ਸਾਰੀਆਂ ਜਿਹੜੀਆਂ ਗੇਮਾਂ ਅਸੀਂ ਖੇਡਦੇ ਰਹੇ ਹਾਂ। ਇਨਡੋਰ ਗੇਮ ਦੇ ਵਿੱਚ ਬੈਡਮਿੰਟਨ ਵੀ ਆ ਗਿਆ, ਹੋਰ ਬਾਕਸਿੰਗ ਵੀ ਆ ਗਈ, ਕਈ ਚੀਜ਼ਾਂ ਜਿਹੜੀਆਂ ਆ ਗਈਆਂ। ਪਰ ਇਹਨਾਂ 'ਚ ਵੇਖਣ ਵਾਲੀ ਗੱਲ ਇਹ ਹੈ ਕਿ ਇਹ ਗੇਮਾਂ ਇੱਕ ਦੂਜੇ ਨਾਲ ਖੇਡੀਆਂ ਜਾਂਦੀਆਂ, ਔਰ ਜਿਹੜੀ ਚੀਜ਼ ਇੱਕ ਦੂਜੇ ਨਾਲ ਖੇਡੀ ਜਾਂਦੀ ਹੈ ਉਹਦੇ ਨਾਲ ਸਾਡੇ 'ਚ ਟੀਮ ਦੀ ਭਾਵਨਾ ਵੀ ਪੈਦਾ ਹੁੰਦੀ ਹੈ, ਸਾਡੇ ਨਾਲ ਇੱਕ ਦੂਜੇ ਦੇ ਨਾਲ ਸਹਿਯੋਗ ਕਰਨ ਦੀ ਭਾਵਨਾ ਵੀ ਪੈਦਾ ਹੁੰਦੀ ਹੈ, ਸਾਡੇ ਵਿੱਚ ਜਿੱਤ ਨੂੰ ਮਾਨਣ ਦਾ ਆਨੰਦ ਵੀ ਆਉਂਦਾ, ਸਾਡੇ ਵਿੱਚ ਹਾਰ ਨੂੰ ਬਰਦਾਸ਼ਤ ਕਰਨ ਦਾ ਮਾਦਾ ਵੀ ਪੈਦਾ ਹੁੰਦਾ। ਔਰ ਜੇਕਰ ਅਸੀਂ ਇਹਨਾਂ ਨੂੰ ਸਿਰਫ ਇਨਡੋਰ ਗੇਮ ਨੂੰ ਜਾਂ ਮੋਬਾਈਲਾਂ ਦੇ ਨਾਲ ਜੋੜ ਕੇ ਵੇਖੀਏ ਤਾਂ ਫਿਰ ਸਾਡੇ ਕੋਲ ਮਾਨਸਿਕ ਪਰੇਸ਼ਾਨੀ ਤੋਂ ਇਲਾਵਾ ਹੋਰ ਕੁਝ ਨਹੀਂ ਹੈਗਾ। ਔਰ ਇਹਦੇ ਨਾਲ ਬੱਚੇ ਜਿਹਨੀ ਤੌਰ ਤੇ ਜਿਹੜੇ ਆ ਉਹ ਮੇਰਾ ਖਿਆਲ ਹੈ ਕਿ ਅਪੰਗ ਹੋ ਰਹੇ ਆ, ਉਹਨਾਂ ਦੀ ਬਰਦਾਸ਼ਤ ਦੀ ਸ਼ਕਤੀ ਬਿਲਕੁਲ ਨਹੀਂ ਹੈਗੀ। ਔਰ ਬੱਚੇ ਮਾਂ-ਬਾਪ ਔਰ ਜਿਹੜੇ ਪੇਰੈਂਟਸ ਹੈ, ਟੀਚਰਸ ਹੈ, ਜਿਹੜੇ ਉਹਨਾਂ ਦੇ ਨਾਲ ਜੁੜਨ ਦੀ ਬਜਾਏ ਇੱਕ ਮੋਬਾਈਲ ਨੂੰ ਆਪਦਾ ਜੀਵਨ ਸਾਥੀ ਬਣਾ ਕੇ ਵਿਚਰ ਰਹੇ ਆ, ਜਿਹੜੀ ਕਿ ਬੜੀ ਮੰਦਭਾਗੀ ਗੱਲ ਹੈ। ਕ੍ਰੀਏਟਿਵ ਨਹੀਂ ਰਹਿ ਗਏ, ਸਿਰਜਨਾਤਮਕਤਾ ਘਟ ਗਈ। ਜੀ, ਦੋ ਬੱਚੇ ਨੇ ਆਪਸ ਚ ਕਹਿੰਦੇ ਨੇ ਚਲੋ ਕੈਰਮ ਬੋਰਡ ਖੇਡੀਏ, ਇੱਕ ਕਹਿੰਦਾ ਠਹਿਰ ਜਾ ਮੈਂ ਸਪੋਰਟਸ ਸ਼ੂਜ਼ ਪਾ ਲਵਾਂ, ਫਿਰ ਖੇਡਦੇ ਆ। ਸੋ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ ਜਿਹੜੀ ਇੱਕ ਦੂਜੇ ਨਾਲ ਜੋੜਦੀਆਂ ਨੇ। ਮਾਪੇ ਕੀ ਕਰਨ, ਘਰ ਦੇ ਵਿੱਚ ਮਾਪੇ ਕਿੱਦਾਂ ਤਿਆਰ ਕਰਨ, ਕਿਉਂਕਿ ਉਹ ਤਾਂ ਖੇਡਦੇ ਰਹੇ ਨੇ ਨਾ, ਉਹਨਾਂ ਦੇ ਬੱਚੇ ਨਹੀਂ ਖੇਡਦੇ, ਕਿੱਦਾਂ ਖਿਡਾਉਣ ਉਹਨਾਂ ਨੂੰ? ਮਾਪਿਆਂ ਦਾ ਰੋਲ ਬਹੁਤ ਮਹੱਤਵਪੂਰਨ ਹੈ। ਮਾਪਿਆਂ ਦੇ ਸਹਿਯੋਗ ਤੋਂ ਬਿਨਾਂ ਅੱਜ ਕੱਲ੍ਹ ਮਾਪੇ ਇੰਨੇ ਕੁ ਸ਼ਾਇਦ ਕੰਮਾਂ ਕਾਰਾਂ ਦੇ ਵਿੱਚ ਜਾਂ ਫੈਮਲੀਆਂ ਟੁੱਟ ਗਈਆਂ। ਸਾਡੇ ਸਾਂਝੇ ਪਰਿਵਾਰ ਹੁੰਦੇ ਸੀਗੇ, ਪਰਿਵਾਰ ਦੇ ਵਿੱਚ ਕੰਮ ਕਰਨ ਵਾਲੇ ਵੀ ਬੱਚੇ ਹੁੰਦੇ ਸੀਗੇ, ਚਾਚੇ ਤਾਏ ਦੇ ਵੀ ਬੱਚੇ, ਇੱਕ ਬੱਚਾ ਖੇਡ ਰਿਹਾ ਦੂਜਾ ਕੰਮ ਕਰ ਰਿਹਾ। ਅੱਜ ਕੱਲ੍ਹ ਕੀ ਹੋ ਗਿਆ ਕਿ ਸਿੰਗਲ ਫੈਮਲੀ ਹੋ ਗਈਆਂ, ਇੱਕ ਜਾਂ ਦੋ ਬੱਚੇ, ਔਰ ਉਹਨਾਂ ਦਾ ਮਾਂ-ਬਾਪ ਦਾ ਇਹ ਹੋ ਗਿਆ ਕਿ ਨਹੀਂ ਤੁਸੀਂ ਘਰੇ ਬੈਠ ਜਾਓ, ਔਰ ਘਰੇ ਆਰੇ ਲਾਉਣ ਵਾਸਤੇ, ਕਿਉਂਕਿ ਬੱਚਾ ਤਾਂ ਚੰਚਲ ਹੈ, ਉਹਨੇ ਕੁਛ ਨਾ ਕੁਛ ਤਾਂ ਉਹਨੂੰ ਚਾਹੀਦਾ, ਤਾਂ ਉਹਨੂੰ ਮੋਬਾਈਲ ਦੇ ਦਿੱਤਾ। ਇਹਦੇ ਨਾਲ ਹੀ ਜਿਹੜਾ ਸਾਡੀਆਂ ਗਰਾਊਂਡ ਦੀਆਂ ਖੇਡਾਂ ਜਾਂ ਗਰਾਊਂਡ ਖਾਲੀ ਹੋਏ ਉਹਦਾ ਅਸਲ ਜਿਹੜਾ ਕਾਰਨ ਇਹੋ ਹੀ ਬਣਦਾ। ਮਾਪਿਆਂ ਦਾ ਬਹੁਤ ਵੱਡਾ ਰੋਲ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਜਿੰਨਾ ਕਰ ਤੁਸੀਂ ਸਰੀਰਕ ਖੇਡਾਂ ਦੇ ਵਿੱਚ ਭਾਗ ਨਹੀਂ ਦਿਵਾਓਗੇ, ਬੱਚਿਆਂ ਨੂੰ ਜਿੰਨਾ ਕਰ ਤੁਸੀਂ ਗਰਾਊਂਡ 'ਚ ਨਹੀਂ ਭੇਜੋਗੇ, ਤਾਂ ਤੁਹਾਡਾ ਬੱਚਾ ਨਾ ਤਾਂ ਟੀਮ ਦੀ ਭਾਵਨਾ ਸਿੱਖ ਸਕੇਗਾ, ਨਾ ਹੀ ਉਹ ਸਮਾਜ ਦਾ ਹਿੱਸਾ ਬਣ ਪਾਵੇਗਾ। ਜਦੋਂ ਬੱਚਾ ਗਰਾਊਂਡ ਦੇ ਵਿੱਚ ਖੇਡਦਾ ਹੈ ਤਾਂ ਜਿਹੜੀ ਸਿੱਖਿਆ ਦੇ ਵਿੱਚ ਅਧੂਰਾਪਣ ਰਹਿ ਜਾਂਦਾ, ਜਿਹੜੀ ਸਕੂਲੀ ਸਿੱਖਿਆ ਦੇ ਵਿੱਚ ਵੀ ਅਧੂਰਾਪਣ ਰਹਿ ਜਾਂਦਾ, ਉਹ ਗਰਾਊਂਡ 'ਚ ਸਿੱਖਦਾ। ਉਹ ਬੇਬਾਕ ਹੋ ਕੇ ਕਿਵੇਂ ਅਗਰੈਸਿਵ ਹੋਣਾ, ਕਦੋਂ ਸ਼ਾਂਤ ਹੋਣਾ, ਕਦੋਂ ਟੀਮ ਦੇ ਨਾਲ ਰਲ ਕੇ ਖੇਡਣਾ, ਕਦੋਂ ਤੁਸੀਂ ਅਟੈਕ ਕਰਨਾ, ਕਦੋਂ ਹਾਰ ਕੇ ਫਿਰ ਤੁਸੀਂ ਉੱਠਣਾ ਫਿਰ ਖੇਡਣਾ, ਕਦੋਂ ਡਿੱਗਣਾ, ਕਦੋਂ ਛੱਲੇ ਜਾਣਾ, ਔਰ ਇਹਨਾਂ ਸੱਟਾਂ ਨੂੰ ਮਹਿਸੂਸ ਕਰਦਾ ਹੋਇਆ ਉਹ ਜ਼ਿੰਦਗੀ ਵਾਸਤੇ ਤਿਆਰ ਹੁੰਦਾ। ਜਦੋਂ ਕਿ ਜਿਹੜੇ ਬੱਚੇ ਇਹਨਾਂ 'ਚ ਇਨਵੋਲਵ ਨਹੀਂ ਹੁੰਦੇ, ਜੇ ਉਹਨਾਂ ਦੀ ਸ਼ਖਸੀਅਤ ਬਾਰੇ ਤੁਸੀਂ ਧਿਆਨ ਮਾਰੋ ਤਾਂ ਬਹੁਤ ਵਾਰੀ ਅਸੀਂ ਸੁਣਿਆ ਕਿ ਬਹੁਤ ਪੜ੍ਹਨ ਵਾਲਾ ਬੱਚਾ ਸੀਗਾ ਪਰ ਉਹ ਡਿਪਰੈਸ਼ਨ 'ਚ ਆ ਗਿਆ। ਜੇਕਰ ਉਹ ਬੱਚਾ ਸਪੋਰਟਸਮੈਨ ਹੁੰਦਾ ਤਾਂ ਮੇਰਾ ਖਿਆਲ ਹੈ ਕਿ ਕਦੇ ਉਹ ਡਿਪਰੈਸ਼ਨ 'ਚ ਨਹੀਂ ਆ ਸਕਦਾ ਸੀਗਾ, ਕਿਉਂਕਿ ਸਪੋਰਟਸਮੈਨ ਤਾਂ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਹੋਇਆ ਕਿ ਜਿਹੜਾ ਕਦੀ ਹਾਰਿਆ ਨਾ ਹੋਵੇ। ਤੰਦੂਰਕਰ ਦੀ ਜੇ ਅਸੀਂ ਗੱਲ ਕਰੀਏ ਤਾਂ ਜਿਹਨੂੰ ਕ੍ਰਿਕਟ ਦਾ ਭਗਵਾਨ ਕਿਹਾ ਜਾਂਦਾ, ਉਹ ਇਨਸਾਨ ਬੜੀ ਵਾਰੀ 0 ਤੇ ਆਊਟ ਹੋਇਆ, ਬਟ ਉਹਨੇ ਉਸ ਨਿਰਾਸ਼ਾ 'ਚੋਂ ਨਿਕਲ ਕੇ ਵਾਪਸ ਫਿਰ ਆਪਦੀ ਅੱਛੀ ਪਰਫਾਰਮੈਂਸ ਦਿੱਤੀ ਹੈ। ਤਾਂ ਜੀਵਨ ਦੇ ਢੰਗ ਨੂੰ ਸਿੱਖਣਾ, ਜੀਵਨ ਦੀ ਸਹੀ ਜਾਂਚ ਸਿੱਖਣਾ, ਇਹ ਸਾਨੂੰ ਖੇਡਾਂ ਸਿਖਾਉਂਦੀਆਂ, ਔਰ ਜ਼ਰੂਰੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਨਿਕਲ ਕੇ ਗਰਾਊਂਡਾਂ ਨਾਲ ਜੁੜੀਏ, ਖੇਡਾਂ ਨਾਲ ਜੁੜੀਏ, ਤਾਂ ਕਿ ਇੱਕ ਅੱਛੇ ਜੀਵਨ ਦੀ ਸ਼ੁਰੂਆਤ ਹੋ ਸਕੇ। ਅਨੁਸ਼ਾਸਨ ਸਿਖਾਉਂਦੀਆਂ ਨੇ ਸਾਨੂੰ, ਬਿਲਕੁਲ, ਕਿਉਂਕਿ ਕੁਦਰਤ ਅਨੁਸ਼ਾਸਨ ਦੇ ਵਿੱਚ ਹੈ। ਜਦੋਂ ਕੁਦਰਤ ਨਾਲ ਜੁੜੋਗੇ, ਖੇਡਾਂ ਨਾਲ ਜੁੜੋਗੇ, ਅਨੁਸ਼ਾਸਨ ਦੇ ਵਿੱਚ ਆ ਜਾਓਗੇ। ਬਿਲਕੁਲ। ਦੇਖੋ ਕਹਿੰਦੇ ਨੇ ਜੇ ਕੋਈ ਬੰਦਾ ਉਦਾਸ ਹੈ ਨਾ ਤਾਂ ਸਮਝ ਲਓ ਉਹ ਬੀਤੇ ਹੋਏ ਪਿਛਲੇ ਸਮੇਂ ਦੇ ਵਿੱਚ ਜੀ ਰਿਹਾ। ਜੇ ਉਹ ਬੜਾ ਕਾਹਲਾ ਪੈਂਦਾ ਤਾਂ ਆਉਣ ਵਾਲੇ ਸਮੇਂ ਵਾਸਤੇ ਫਿਕਰਮੰਦ ਹੈ, ਉਹ ਆਉਣ ਵਾਲੇ ਸਮੇਂ 'ਚ ਜੀ ਰਿਹਾ। ਜੇ ਉਹ ਆਰਾਮ ਨਾਲ ਸ਼ਾਂਤੀ ਨਾਲ ਜੀ ਰਿਹਾ ਤਾਂ ਉਹ ਵਰਤਮਾਨ 'ਚ ਜੀ ਰਿਹਾ। ਔਰ ਖੇਡਾਂ ਸਾਨੂੰ ਵਰਤਮਾਨ 'ਚ ਜੀਉਣਾ ਸਿਖਾਉਂਦੀਆਂ। ਜੀ। ਥਾਂ ਤੇ ਅਸੀਂ ਦੇਖਦੇ ਹਾਂ ਕਲੱਬ ਬਣੇ ਹੋਏ ਨੇ, ਸਪੋਰਟਸ ਕਲੱਬ ਬਣੇ ਹੋਏ ਨੇ, ਪਿੰਡਾਂ ਵਿੱਚ ਵੀ ਬਣੇ ਹੋਏ ਨੇ। ਕਿ ਪਰ ਫੰਡ ਨਹੀਂ ਮਿਲਦੇ, ਉਹ ਅਲੱਗ ਗੱਲ ਹੈ, ਪਰ ਫਿਰ ਵੀ ਉਹ ਪਿੰਡ ਵਾਲੇ ਮਿਲ ਕੇ ਜਾਂ NRIs ਉਹਨਾਂ ਨੂੰ ਫੰਡ ਭੇਜ ਕੇ ਮੇਲੇ ਕਰਵਾ ਦਿੰਦੇ ਨੇ ਜਾਂ ਇਦਾਂ ਦੀਆਂ ਖੇਡਾਂ ਕਰਵਾ ਦਿੰਦੇ ਨੇ। ਤਾਂ ਇਹਨਾਂ NGOs ਦਾ, ਇਹਨਾਂ ਕਲੱਬਾਂ ਦਾ, ਪੰਚਾਇਤਾਂ ਦਾ ਇਹ ਕੀ ਰੋਲ ਹੋ ਸਕਦਾ ਹੈ ਬੜਾ ਸਕਾਰਾਤਮਕ ਹੋਵੇ ਤਾਂ ਕਿ ਖੇਡਾਂ ਨੂੰ ਬਿਲਕੁਲ ਮਜ਼ਬੂਤੀ ਨਾਲ ਇਹਦੀ ਨੀਂਹ ਬਣਾਈ ਜਾ ਸਕੇ? ਸੰਜੀਵ ਜੀ, ਬਹੁਤ ਵੱਡਾ ਰੋਲ ਹੈ, ਕਿਉਂਕਿ
ਜਿੱਥੇ এনवायरमेंट ਆ ਆਪਾਂ ਬੱਚੇ ਨੂੰ ਖੇਡਣ ਵਾਸਤੇ ਮਾਹੌਲ ਦੇਣਾ। ਜੇਕਰ ਅਸੀਂ ਮਾਪੇ ਮਾਹੌਲ ਨਹੀਂ ਦਿੰਦੇ ਬੱਚਾ ਤਾਂ ਵੀ ਪਛੜ ਜਾਂਦਾ, ਜੇਕਰ ਸਕੂਲ ਦੇ ਵਿੱਚ ਮਾਹੌਲ ਨਹੀਂ ਮਿਲਦਾ ਤਾਂ ਵੀ ਬੱਚਾ ਪਛੜਦਾ। ਜੇਕਰ ਕੁਝ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ, ਕੁਝ ਸਪੋਰਟਸ ਕਲੱਬਾਂ ਨੇ ਇਸ ਤਰ੍ਹਾਂ ਦੇ ਕੰਮ ਕੀਤੇ ਆ ਕਿ ਜਿਹੜੇ ਇੱਕ ਐਗਜ਼ਾਮਪਲ ਬਣ ਗਏ, ਦੁਨੀਆ ਵਾਸਤੇ ਐਗਜ਼ਾਮਪਲ ਬਣ ਗਏ। ਉਹਨਾਂ ਨੇ ਸਪੋਰਟਸ ਕਲੱਬ ਬਣਾ ਲਿਆ, ਓਪਨ ਜਿਮ ਪਿੰਡਾਂ ਦੇ ਵਿੱਚ ਬਣਾਏ ਆ। ਕੁਝ ਪੰਚਾਇਤਾਂ ਨੇ, ਜਿਵੇਂ ਚੱਕਰ ਇੱਕ ਪਿੰਡ ਹੈ ਆਪਣੇ ਪੰਜਾਬ ਦਾ, ਉਸ ਪਿੰਡ ਨੇ ਪਤਾ ਨਹੀਂ ਕਿੰਨੇ ਸੈਂਕੜੇ ਖਿਡਾਰੀ ਪੈਦਾ ਕੀਤੇ ਆ, ਇੰਟਰਨੈਸ਼ਨਲ ਨੈਸ਼ਨਲ ਖਿਡਾਰੀ ਪੈਦਾ ਕੀਤੇ ਆ। ਉੱਥੋਂ ਦੀ ਪੰਚਾਇਤ ਨੇ ਗਰਾਊਂਡ ਬਣਾਏ ਹੋਏ ਆ, ਬਹੁਤ ਟੌਪ ਦੇ ਗਰਾਊਂਡ ਬਣਾਏ ਆ, ਉੱਥੇ ਕੋਚਸ ਪ੍ਰੋਵਾਈਡ ਕੀਤੇ ਗਏ ਆ। ਤਾਂ ਬੱਚੇ ਰੋਜ਼ ਉੱਥੇ ਗਰਾਊਂਡਾਂ 'ਚ ਜਾਂਦੇ ਆ ਔਰ ਉਹ ਬੱਚੇ, ਉਹਨਾਂ ਦੀ ਤੰਦਰੁਸਤੀ, ਉਹਨਾਂ ਦੀ ਜਿਹੜੀ ਭਾਵਨਾ ਔਰ ਉਹਨਾਂ ਦੀ ਜਿਹੜੀ ਸਕਸੈਸ ਰੇਟ ਹੈ ਬਹੁਤ ਜ਼ਿਆਦਾ ਹੈ। ਕਿਉਂਕਿ ਜਦੋਂ ਬੱਚੇ ਖੇਡਣਗੇ ਉਹ ਅਨੁਸ਼ਾਸਿਤ ਵੀ ਹੋਣਗੇ, ਉਹ ਰਿਸਟ ਪੁਸ਼ਟ ਵੀ ਹੋਣਗੇ ਔਰ ਦੇਸ਼ ਦਾ ਨਾਮ ਵੀ ਰੋਸ਼ਨ ਕਰਨਗੇ। ਤਾਂ ਉਹਨਾਂ ਨੇ ਪਿੰਡ ਦੇ ਵਿੱਚੋਂ, ਇੱਕ ਪਿੰਡ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਪੋਰਟਸ ਮੈਨ ਪੈਦਾ ਕੀਤੇ। ਔਰ ਅੱਜ ਕੱਲ੍ਹ ਦੂਜੇ ਪਿੰਡਾਂ 'ਚੋਂ ਔਰ ਦੂਜੇ ਇਲਾਕਿਆਂ ਦੇ ਵਿੱਚੋਂ ਬੱਚੇ ਉੱਥੇ ਕੋਚਿੰਗ ਲੈਣ ਵਾਸਤੇ ਇੱਕ ਪਿੰਡ ਦੇ ਵਿੱਚ ਜਾ ਰਹੇ ਆ। ਇਹ ਪੰਚਾਇਤ ਔਰ ਸਪੋਰਟਸ ਕਲੱਬਾਂ ਦਾ ਇਸ ਤਰ੍ਹਾਂ ਬਹੁਤ ਵੱਡਾ ਯੋਗਦਾਨ ਹੋ ਸਕਦਾ। ਸਾਨੂੰ এনवायरमेंट ਦੇਣ ਦੀ ਜ਼ਰੂਰਤ ਹੈ। ਬੱਚੇ ਖੇਡਾਂ ਵੱਲ ਤਾਂ ਕੁਦਰਤੀ ਉਹਨਾਂ ਦਾ ਮਨ ਹੁੰਦਾ, ਉਹਨਾਂ ਨੇ ਆ ਜਾਣਾ ਹੁੰਦਾ। ਕੋਚ ਉੱਥੇ ਮਿਲਦੇ ਨੇ ਉਹਨਾਂ ਨੂੰ। ਬਿਲਕੁਲ ਬਿਲਕੁਲ ਜੀ। ਅੱਛਾ, ਹੁਣ ਤੁਹਾਡੇ ਤੇ ਆਉਂਦੇ ਆ, ਤੁਸੀਂ ਪ੍ਰਿੰਸੀਪਲ ਹੋ ਕੌਮਿਟ ਗਰਲਸ ਕਾਲਜ, ਕੌਮਿਟ ਗਰਲਸ ਸਕੂਲ ਜ਼ੀਰਾ ਤੋਂ ਜੀ। ਤੁਸੀਂ ਬਤੌਰ ਪ੍ਰਿੰਸੀਪਲ ਆਪਣੇ ਸਕੂਲ ਦੇ ਵਿੱਚ, ਕਿਉਂਕਿ ਕੁੜੀਆਂ ਦਾ ਸਕੂਲ ਹੈ ਜੀ, ਅੱਜ ਕੱਲ੍ਹ ਤੇ ਕੁੜੀਆਂ ਮੁੰਡੇ ਦੋਵੇਂ ਸਪੋਰਟਸ ਕਰਦੇ ਨੇ, ਗੋਲਡ ਮੈਡਲ ਤੱਕ ਜਿੱਤਦੇ ਨੇ, ਓਲੰਪਿਕ ਵਿੱਚ ਪਰਫਾਰਮ ਕਰਦੇ ਨੇ ਜੀ। ਸੋ ਤੁਸੀਂ ਕੀ ਕੁਝ ਕਰ ਰਹੇ ਹੋ ਆਪਣੇ ਸਕੂਲ ਦੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਸਤੇ? ਸਭ ਤੋਂ ਪਹਿਲਾਂ ਤਾਂ ਸੰਜੀਵ ਜੀ, ਮੇਰੇ ਸਕੂਲ ਦੇ ਵਿੱਚ ਗਰਾਊਂਡ ਨਹੀਂ ਬਣੇ ਹੋਏ ਸੀਗੇ। ਅਸੀਂ ਬੈਡਮਿੰਟਨ ਦਾ ਕੋਰਟ ਬਣਾਇਆ, ਵਾਲੀਬਾਲ ਦਾ ਜਿਹੜਾ ਨੈਸ਼ਨਲ ਜੋ ਵੀ ਪੈਰਾਮੀਟਰ ਹੁੰਦੇ ਉਹਨਾਂ ਦੇ ਮੁਤਾਬਕ ਬਣਾਇਆ, ਬਾਕਸਿੰਗ ਦਾ ਅਸੀਂ ਇੰਟਰਨੈਸ਼ਨਲ ਜਿਹੜਾ ਰਿੰਗ ਹੈ ਉਹ ਸਥਾਪਿਤ ਕੀਤਾ। ਉਹਦੇ ਨਾਲ ਹੋਇਆ ਕਿ ਸਾਡਾ ਗਰਲ ਸਕੂਲ ਹੈ ਔਰ ਗਰਲ ਸਕੂਲ ਦੇ ਵਿੱਚ ਬਾਕਸਿੰਗ ਵਾਸਤੇ ਲੜਕੀਆਂ ਨੂੰ ਤਿਆਰ ਕਰਨਾ ਬੜਾ ਮੁਸ਼ਕਿਲ ਹੁੰਦਾ, ਕਿਉਂਕਿ ਲੜਕੀਆਂ ਦਾ ਇਹ ਸੁਭਾਅ ਹੁੰਦਾ ਕਿ ਉਹਨਾਂ ਨੇ ਸਜਣਾ ਹੁੰਦਾ, ਕੋਈ ਟੌਪਸ ਪਾਣੇ ਆ, ਕੋਈ ਉਹਨਾਂ ਨੇ ਹੇਅਰ ਸਟਾਈਲ ਬਣਾਉਣਾ। ਤਾਂ ਇਹ ਸਾਰੀਆਂ ਚੀਜ਼ਾਂ ਤੋਂ ਦੂਰ ਹੋਣਾ ਪੈਂਦਾ, ਜੇਕਰ ਤੁਸੀਂ ਬਾਕਸਿੰਗ, ਸ਼ਿੰਗਾਰ ਤੋਂ ਦੂਰ ਹੋਣਾ ਪੈਂਦਾ। ਤਾਂ ਇਹਨਾਂ ਵਾਸਤੇ ਤਿਆਰ ਕਰਨਾ ਸੀਗਾ। ਸਾਡੇ ਕੋਚ ਨੇ ਲక్ష్ਮੀ ਮੈਡਮ, ਫਿਜ਼ੀਕਲ ਐਜੂਕੇਸ਼ਨ ਦੇ ਲੈਕਚਰਰ ਨੇ, ਉਹਨਾਂ ਨੇ ਬੱਚਿਆਂ ਨੂੰ ਮੋਟੀਵੇਟ ਕੀਤਾ, ਪ੍ਰੈਕਟਿਸ ਸ਼ੁਰੂ ਕਰਾਈ ਔਰ ਬੜੇ ਅੱਛੇ ਨਤੀਜੇ ਨਿਕਲੇ। ਕੋਵਿਡ ਦੇ ਦੌਰਾਨ ਉਹਨਾਂ ਨੇ ਲਾਈਵ ਲੈਕਚਰ ਲਗਾਏ, ਬੱਚੇ ਜੁੜ ਗਏ, ਜੁੜਨ ਤੋਂ ਬਾਅਦ ਬਾਕਸਿੰਗ ਰਿੰਗ ਲਿਆਂਦਾ ਤਾਂ ਬੱਚੇ ਖੇਡਣ ਲੱਗ ਪਏ। ਅੱਜ ਸਾਡੇ ਬੱਚੇ ਜਿਹੜੇ ਆ ਉਹ ਨੈਸ਼ਨਲ ਲੈਵਲ ਤੱਕ ਜਿਹੜੇ ਪਾਰਟਿਸਿਪੇਟ ਕਰਕੇ ਆਏ ਆ, ਸਟੇਟ ਦੇ ਵਿੱਚ ਉਹਨਾਂ ਨੇ ਮੈਡਲ ਪ੍ਰਾਪਤ ਕੀਤੇ ਆ। ਔਰ ਲੜਕੀਆਂ ਨੂੰ ਜੇਕਰ ਅਸੀਂ ਬਾਕਸਿੰਗ ਦੇ ਵਿੱਚ ਜੋੜ ਸਕਦੇ ਹਾਂ ਤਾਂ ਮੇਰਾ ਖਿਆਲ ਹੈ ਕਿ ਵਾਤਾਵਰਨ ਦੇਣ ਦੀ ਜ਼ਰੂਰਤ ਹੈ, ਪ੍ਰੇਰਨਾ ਦੇਣ ਦੀ ਜ਼ਰੂਰਤ ਹੈ, ਪ੍ਰੇਰਿਤ ਕਰਨ ਦੀ ਜ਼ਰੂਰਤ ਹੈ। ਬੱਚੇ ਖੇਡਣ ਵਾਸਤੇ ਤਿਆਰ ਹੈ, ਬੱਚਿਆਂ ਦਾ ਕੁਦਰਤੀ ਗੁਣ ਹੈ ਕਿ ਉਹਨਾਂ ਨੇ ਖੇਡਣਾ। ਸਾਨੂੰ ਸਿਰਫ ਲੋੜ ਹੈ ਕਿ ਸਕੂਲਾਂ ਦੇ ਵਿੱਚ ਵਾਤਾਵਰਨ ਪੈਦਾ ਕਰੀਏ, ਖੇਡਾਂ ਨੂੰ ਅਹਿਮੀਅਤ ਦਈਏ। ਬਿਲਕੁਲ ਸਿੱਖਿਆ ਨੂੰ ਅਸੀਂ ਪਿੱਛੇ ਨਹੀਂ ਰੱਖਣਾ, ਪਰ ਸਿੱਖਿਆ ਦੇ ਨਾਲ ਨਾਲ ਜੇਕਰ ਸਿੱਖਿਆ ਨੂੰ ਪੂਰਾ ਕਰਨਾ ਤਾਂ ਸਾਨੂੰ ਖੇਡਾਂ ਨੂੰ ਨਾਲ ਲੈ ਕੇ ਚੱਲਣਾ ਪਏਗਾ। ਖੇਡਾਂ ਤੋਂ ਬਿਨਾਂ ਕਿਸੇ ਸਕੂਲ ਦੇ ਵਿੱਚ ਅਨੁਸ਼ਾਸਨ ਕਾਇਮ ਨਹੀਂ ਕੀਤਾ ਜਾ ਸਕਦਾ। ਖੇਡਾਂ ਤੋਂ ਬਿਨਾਂ ਵਿਦਿਆਰਥੀਆਂ ਦੇ ਅੰਦਰ ਇੱਕ ਟੀਮ ਦੀ ਭਾਵਨਾ ਨਹੀਂ ਜਗਾਈ ਜਾ ਸਕਦੀ। ਅੱਜ ਜਿਹੜੇ ਵਿਦਿਆਰਥੀਆਂ ਤੋਂ ਅਸੀਂ ਕੋਈ ਕੰਮ ਕਰਵਾਉਣਾ ਹੁੰਦਾ ਸੀਗਾ ਤਾਂ ਆਮ ਤੌਰ ਤੇ ਮਾਪਿਆਂ ਦੀ ਸ਼ਿਕਾਇਤ ਹੁੰਦੀ ਜੀ ਬੱਚੇ ਸਾਡੇ ਕੰਮ ਨਾ ਕਰਨ ਜਾਂ ਸਾਡੇ ਬੱਚਿਆਂ ਤੋਂ ਕੰਮ ਨਾ ਕਰਵਾਇਆ ਜਾਵੇ। ਸਪੋਰਟਸ ਦੇ ਨਾਲ ਇਹ ਫਾਇਦਾ ਹੋਇਆ ਕਿ ਜਿਹੜੇ ਸਾਡਾ 100-150 ਬੱਚਾ ਸਪੋਰਟਸ ਦੇ ਨਾਲ ਜੁੜਿਆ, ਸਾਨੂੰ ਉਹਨਾਂ ਨੂੰ ਕੰਮ ਦਾ ਇਸ਼ਾਰਾ ਹੀ ਕਰਨਾ ਪੈਂਦਾ, ਕੰਮ ਤਾਂ ਹੋ ਜਾਂਦਾ। ਔਰ ਇਹ ਉਹਨਾਂ ਦਾ ਇੱਕ ਕੁਦਰਤੀ ਗੁਣ ਬਣ ਗਿਆ। ਮਾਪੇ ਵੀ ਖੁਸ਼ ਹੈ, ਬੱਚੇ ਵੀ ਖੁਸ਼ ਹੈ ਔਰ ਆਪਦੀ ਜ਼ਿੰਦਗੀ ਦਾ ਆਨੰਦ ਲੈਂਦੇ ਹੋਏ ਬੱਚੇ ਉਹ ਪ੍ਰਾਪਤੀਆਂ ਕਰ ਰਹੇ। ਮੈਨੂੰ ਬੜਾ ਚੰਗਾ ਲੱਗਾ, ਲੜਕੀਆਂ ਬਾਕਸਿੰਗ ਸਿੱਖਦੇ ਨੇ, ਨਾਰੀ ਸਸ਼ਕਤੀਕਰਨ, ਬਿਲਕੁਲ ਜੂਡੋ ਕਰਾਟੇ ਵੀ ਸਿਖਾਓ ਉਹਨਾਂ ਨੂੰ। ਬਿਲਕੁਲ ਕਰ ਰਹੀਆਂ ਜੀ, ਕਰ ਰਹੀਆਂ। ਸੋ ਸੰਗੀਤ ਦਾ ਵੀ ਇੱਕ ਰੋਲ ਹੈ, ਕਿਉਂਕਿ ਖੇਡਾਂ ਖੇਡਦੇ ਹੋਏ ਅਸੀਂ ਥੱਕ ਜਾਂਦੇ ਹਾਂ ਤਾਂ ਮਿਊਜ਼ਿਕ ਜ਼ਰੂਰੀ ਹੈ। ਬਿਲਕੁਲ, ਇੱਕ ਗੀਤ ਹੋ ਜਾਏ ਉਸ ਤੋਂ ਬਾਅਦ ਫਿਰ ਆਪਾਂ ਗਰਾਊਂਡ ਤੇ ਚੱਲਦੇ ਹਾਂ, ਅਗਲੀ ਗੇਮ ਖੇਡਦੇ ਹਾਂ। ਆਓ ਜੀ ਇਸ ਗੀਤ ਦਾ ਆਨੰਦ ਲਈਏ। ਡੰਡ ਬੈਠਕਾ ਮਾਰੋ ਕੁੜੀਓ ਆਪਣਾ ਰੂਪ ਸ਼ਿੰਗਾਰੋ, ਮੁੰਡਿਓ ਡੰਡ ਬੈਠਕਾ ਮਾਰੋ ਕੁੜੀਓ ਆਪਣਾ ਰੂਪ ਸ਼ਿੰਗਾਰੋ। ਸਿਰ ਤੋਂ ਸੁਸਤੀ ਪਰਾਂ ਉਤਾਰੋ, ਤੁਹਾਨੂੰ ਕੀ ਮਜਬੂਰੀ ਏ, ਭਲਕੀ ਮਜਬੂਰੀ ਏ। ਬਾਕੀ ਦੇ ਕੰਮ ਬਾਅਦ ਚ ਪਹਿਲਾਂ, ਓਏ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਏ, ਓ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਹੈਲਥ ਜ਼ਰੂਰੀ ਏ।
ਲੱਗਦੇ ਗੁੰਦੇ ਹੋਏ ਸ਼ਰੀਰ ਜਵਾਨਾਂ ਦੇ, ਸੋਹਣੇ ਲੱਗਦੇ ਗੁੰਦੇ ਹੋਏ ਸ਼ਰੀਰ ਜਵਾਨਾਂ ਦੇ, ਜਿਹੜੇ ਪਾਸੇ ਲੰਗੋ ਚਰਚੇ ਹੋਣ ਤੂਫਾਨਾਂ ਦੇ। ਉਹ ਪੋਤੇ ਵਾਂਗੂ ਬੁੱਲ ਲਮਕਦੇ ਡਰਦੇ ਖਾ ਖਾ ਕੇ, ਚਿਲਮਾ ਵਰਗੀ ਕਰ ਲਈ ਬੂਥੀ ਸੂਟੇ ਲਾ ਲਾ ਕੇ। ਆਖਰ ਨੂੰ ਕਮਿਆਉਣੀ ਜਿਹੜੀ ਖਾਦੀ ਚੂਰੀਏ, ਉਹ ਖਾਦੀ ਚੂਰੀਏ। ਬਾਕੀ ਦੇ ਕੰਮ ਬਾਅਦ ਚ ਪਹਿਲਾਂ, ਬਾਕੀ ਦੇ ਕੰਮ ਬਾਅਦ ਚ ਪਹਿਲਾਂ ਫੇਰ ਜ਼ਰੂਰੀ ਏ। ਉਹ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਨੋ ਸਮੋਕਿੰਗ ਪਲੀਜ਼। ਤੇ ਕੁਛ ਨਾ ਵਿਗੜੇ ਮਨ ਸਮਝਾ ਲੋਗੇ, ਪੈਸਾ ਗਿਆ ਤੇ ਕੁਛ ਨਾ ਵਿਗੜੇ ਮਨ ਸਮਝਾ ਲੋਗੇ। ਹੱਥ ਪੈਰ ਨਾ ਚੱਲੇ ਕਿੱਥੋਂ ਨੋਟ ਕਮਾ ਲੋਗੇ। ਇੱਜ਼ਤ ਗਈ ਨਾ ਲੱਭਦੀ ਸੱਚੀ ਗੱਲ ਬਜ਼ੁਰਗਾਂ ਦੀ, ਨਰਕ ਭੋਗ ਕੇ ਕਰਦੇ ਹੋ ਗੱਲ ਕਿਹੜੇ ਸੁਰਗਾਂ ਦੀ। ਇੱਥੇ ਕੁਝ ਨਾ ਕਰਿਆਗਾ ਕੀ ਪਾਉਣੀ ਪੂਰੀ ਏ, ਓਏ ਪਾਉਣੀ ਪੂਰੀ ਏ। ਬਾਕੀ ਦੇ ਕੰਮ ਬਾਅਦ ਚ ਪਹਿਲਾਂ, ਬਾਕੀ ਦੇ ਕੰਮ ਬਾਅਦ ਚ ਲਾਲਾ ਸਿਹਤ ਜ਼ਰੂਰੀ ਏ। ਉਹ ਬਾਕੀ ਦੇ ਕੰਮ ਬਾਅਦ ਚ ਲਾਲਾ ਸਿਹਤ ਜ਼ਰੂਰੀ ਏ। ਹਾਂਜੀ ਘੋਗੜ ਤਿੰਨੇ ਅੰਨ ਦੇ ਵੈਰੀ ਨੇ, ਘੋਗੜ 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 ਤਿੰਨੇ ਅੰਨ ਦੇ ਵੈਰੀ ਨੇ। ਅੜੀਅਲ ਸੜੀਅਲ ਘੜੀਅਲ ਤਿੰਨੇ ਮਨ ਦੇ ਵੈਰੀ ਨੇ। ਹੋ ਗੁੱਸੇ ਦੇ ਵਿੱਚ ਸੜਿਆ ਪੁੱਜਿਆ ਜੋ ਵੀ ਰਹਿੰਦਾ ਏ, ਮਾੜਾ ਬੰਦਾ ਮੱਲੋ ਮੱਲੀ ਗਲ ਨੂੰ ਪੈਂਦਾ ਏ। ਜਿਵੇਂ ਲੱਤਾਂ ਨੂੰ ਪੈਂਦੀ ਸੁੱਕੀ ਸੜੀ ਕਤੂਰੀ ਏ, ਸੜੀ ਕਤੂਰੀ ਏ। ਬਾਕੀ ਦੇ ਕੰਮ ਬਾਅਦ ਚ ਪਹਿਲਾਂ, ਓਏ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਏ। ਓ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਏ। ਸੈਰ ਸਪਾਟਾ ਜੋਗਿੰਗ ਯੋਗਾ ਥੋੜੀ ਮਰਜ਼ੀ ਏ, ਸੈਰ ਸਪਾਟਾ ਜੋਗਿੰਗ ਯੋਗਾ ਥੋੜੀ ਮਰਜ਼ੀ ਏ। ਰੋਣੀ ਸੂਰਤ ਵਾਲਿਆਂ ਤੋਂ ਮੈਨੂੰ ਬੜੀ ਅਲਰਜੀ ਏ, ਹੱਸਣ ਵਾਲੇ ਚੌਂ ਬੰਦਿਆਂ ਨੂੰ ਹੋਰ ਹਸਾ ਜਾਂਦੇ, ਰੋਣੀ ਸੂਰਤ ਵਾਲੇ ਘਰ ਵਿੱਚ ਸੁਸਤੀ ਪਾ ਜਾਂਦੇ। ਕਈਆਂ ਦੇ ਮੂੰਹ ਲਿਖਿਆ ਹੁੰਦਾ ਵੈਰੀ ਸੌਰੀ ਏ, ਵੈਰੀ ਵੈਰੀ ਸੌਰੀ ਏ। ਬਾਕੀ ਦੇ ਕੰਮ ਬਾਅਦ ਚ ਪਹਿਲਾਂ, ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ। ਖੁਦ ਗੁਰਦਾਸ ਮਾਨ ਸਾਹਿਬ ਜੂਡੋ ਕਰਾਟੇ ਦੇ ਵਿੱਚ ਬਲੈਕ ਬੈਲਟ ਨੇ। ਇਹ ਹੈ ਇਹਨਾਂ ਦੀ ਫਿਟਨੈਸ। ਸੋ ਕਹਿੰਦੇ ਫਿਟਨੈਸ ਕੀ ਹੁੰਦੀ ਹੈ ਕਿ ਤੁਸੀਂ ਆਪਣੇ ਸਰੀਰ ਤੋਂ ਕੋਈ ਵੀ ਕੰਮ ਲੈ ਸਕੋ ਔਰ ਕੰਮ ਕਰਨ ਦੇ ਵਿੱਚ ਤੁਹਾਡਾ ਸਰੀਰ ਕਿਸੇ ਵੀ ਤਰ੍ਹਾਂ ਦੀ ਕੋਈ ਅੜਚਨ ਨਾ ਕਰੇ, ਉਹ ਹੈ ਫਿਟਨੈਸ। ਸੋ ਇਹਦੇ ਬਾਰੇ ਸਾਨੂੰ ਦੱਸਣ ਵਾਸਤੇ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਰਾਕੇਸ਼ ਸ਼ਰਮਾ ਜੀ, ਜੋ ਕਿ ਪ੍ਰਿੰਸੀਪਲ ਨੇ ਗਵਰਨਮੈਂਟ ਗਰਲਸ ਸਕੂਲ ਜ਼ੀਰਾ ਤੋਂ। ਸੋ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਗੱਲ ਇਹ ਹੈ ਕਿ ਸਕੂਲ ਦੇ ਵਿੱਚ ਬਚਪਨ ਤੋਂ ਅਸੀਂ ਪੀਟੀ ਜੀ, ਫਿਜ਼ੀਕਲ ਟ੍ਰੇਨਿੰਗ ਜੀ, ਉਹ ਐਨਸੀਸੀ ਐਨਐਸਐਸ ਬਹੁਤ ਕੁਝ ਹੁੰਦਾ ਸੀ, ਸ਼ੁਰੂ ਤੋਂ ਹੀ ਅਸੀਂ ਰੱਖਦੇ ਹਾਂ ਜੀ। ਸੋ ਆਪਾਂ ਹੁਣ ਇੱਕ ਇੱਕ ਕਦਮ ਅੱਗੇ ਵਧਾਂਗੇ ਬਿਲਕੁਲ। ਕਿ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਪੀਟੀ ਕਿੰਨੀ ਕੁ ਜ਼ਰੂਰੀ ਹੈ, ਔਰ ਉਸ ਤੋਂ ਇਲਾਵਾ ਹੋਰ ਕਈ ਐਕਸਰਸਾਈਜ਼ ਅੱਜ ਕੱਲ੍ਹ ਆ ਗਈਆਂ ਨੇ। ਜੀ। ਐਰੋਬਿਕਸ ਆ ਗਈ ਹੈ, ਓਪਨ ਜਿਮ ਆਪਾਂ ਗੱਲ ਕਰ ਚੁੱਕੇ ਹਾਂ, ਜੀ। ਜਿਮ ਦੀ ਗੱਲ ਕੀਤੀ, ਗਰਾਊਂਡਸ ਦੀ ਗੱਲ ਕੀਤੀ। ਜੀ। ਸੋ ਪੀਟੀ ਤੋਂ ਸ਼ੁਰੂ ਕਰਾਂਗੇ। ਪੀਟੀ ਬੇਸਿਕਲੀ ਸਾਡੇ ਸਕੂਲ ਦੀ ਸ਼ੁਰੂਆਤ ਜਦੋਂ ਮਾਰਨਿੰਗ ਅਸੈਂਬਲੀ ਤੋਂ ਹੁੰਦੀ ਹੈ, ਸਵੇਰ ਦੀ ਸਭਾ 'ਚ ਹੁੰਦੀ ਹੈ, ਉਸ ਵੇਲੇ ਬੱਚੇ ਦੇ ਮਨ ਨੂੰ ਇਕਾਗਰ ਕਰਨ ਵਾਸਤੇ ਔਰ ਉਹਦੇ ਸਰੀਰ ਨੂੰ ਪੂਰਾ ਸੁਚੇਤ ਕਰਨ ਵਾਸਤੇ ਪੀਟੀ ਕਰਵਾਈ ਜਾਂਦੀ ਹੈ। ਔਰ ਹੁਣ ਇਹ ਟ੍ਰੈਂਡ ਦੁਬਾਰਾ ਸ਼ੁਰੂ ਹੋਇਆ
ਤਾਂ ਬੱਚੇ ਪੀਟੀ ਕਰਦੇ ਆ, ਪੀਟੀ ਦੇ ਨਾਲ ਬਹੁਤ ਸਾਰੀਆਂ ਐਕਸਰਸਾਈਜ਼ ਇਸ ਤਰ੍ਹਾਂ ਦੀਆਂ ਬੈਠਣਾ। ਅੱਜ ਕੱਲ੍ਹ ਬਹੁਤ ਸਾਰੇ ਬੱਚੇ ਆ ਤੁਸੀਂ ਦੇਖੋਗੇ ਕਿ ਉਹ ਪੈਰਾਂ ਭਾਰ ਨਹੀਂ ਬੈਠ ਸਕਦੇ, ਔਰ ਬਹੁਤ ਇਹ ਇਸ ਤਰ੍ਹਾਂ ਦੇ ਕਾਰਨ ਹੈ ਕਿ ਉਹਨਾਂ ਦੀਆਂ ਬਹੁਤ ਅੰਗਾਂ ਦੀ ਜਿਹੜੀ ਐਕਸਰਸਾਈਜ਼ ਨਹੀਂ ਹੁੰਦੀ ਔਰ ਉਹਨਾਂ ਦੇ ਵਿਕਾਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ। ਪੀਟੀ ਇੱਕ ਇਸ ਤਰ੍ਹਾਂ ਦਾ ਕਾਮਨ ਕਹਿ ਲਓ ਕਿ ਐਕਸਰਸਾਈਜ਼ ਹੈ ਜਾਂ ਕਾਮਨ ਇਸ ਤਰ੍ਹਾਂ ਕਿ ਜਿਹਦੇ 'ਚ ਬੱਚੇ ਇੰਜੋਏ ਵੀ ਕਰਦੇ ਆ ਔਰ ਹਰ ਤਰ੍ਹਾਂ ਦੀ ਮੂਵਮੈਂਟ ਸਰੀਰ ਦੀ, ਚਾਹੇ ਲੱਤਾਂ ਦੀ ਹੈ, ਬਾਹਾਂ ਦੀ ਹੈ, ਅੱਖਾਂ ਦੀ ਹੈ, ਸਿਰ ਦੀ ਹੈ, ਤਾਂ ਹਰ ਮਸਲ ਉਹਦੇ ਨਾਲ ਰਿਲੈਕਸ ਹੁੰਦਾ ਔਰ ਬੱਚੇ ਦੇ ਵਿੱਚ ਫਿਟਨੈਸ ਜਿਹੜੀ ਉਹ ਆ ਜਾਂਦੀ ਹੈ। ਔਰ ਦੂਜੀ ਗੱਲ ਹੈ ਕਿ ਪੀਟੀ ਕਰਨ ਦੇ ਨਾਲ ਬੱਚਿਆਂ ਦੇ ਅੰਦਰ ਇੱਕ ਚਾਅ ਪੈਦਾ ਹੁੰਦਾ ਔਰ ਇਸ ਤੋਂ ਪ੍ਰੇਰਿਤ ਹੋ ਕੇ ਹੌਲੀ ਹੌਲੀ ਫਿਰ ਉਹ ਖੇਡਾਂ ਦੇ ਵੱਲ ਵੀ ਪ੍ਰੇਰਿਤ ਹੁੰਦੇ ਆ ਔਰ ਕਿਸੇ ਨਾ ਕਿਸੇ ਸਪੋਰਟਸ ਨੂੰ ਧਾਰਨ ਕਰ ਲੈਂਦੇ ਆ। ਤਾਂ ਇੱਕ ਸਕੂਲ ਦੇ ਵਿੱਚ ਇੱਕ ਜਾਗ ਲਾਉਣ ਦਾ ਕੰਮ ਜੇ ਮੈਂ ਕਹਾਂ ਤਾਂ ਪੀਟੀ ਕਰਦੀ, ਔਰ ਸਕੂਲਾਂ ਦੇ ਵਿੱਚ ਇਹਨੂੰ ਕੰਪਲਸਰੀ ਹੋਣਾ ਚਾਹੀਦਾ ਔਰ ਹੈ ਵੀ, ਔਰ ਇਹਨੂੰ ਸਾਨੂੰ ਸਹਿਰਦਤਾ ਦੇ ਨਾਲ ਲੈਣ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਇਹਨੂੰ ਰੈਗੂਲਰ ਕਰਾਈਏ ਤੇ ਬੱਚਿਆਂ ਦੇ ਅੰਦਰ ਇੱਕ ਸਧਾਰਨ ਜਿਹੜੀ ਫਿਟਨੈਸ ਹੈ ਉਹ ਜ਼ਰੂਰ ਕਾਇਮ ਹੋ ਸਕੇ। ਅਸੀਂ ਦੇਖਦੇ ਹਾਂ ਕਿ ਜਿਹੜਾ ਬੰਦਾ ਸਪੋਰਟਸ ਦੇ ਨਾਲ ਜੁੜਿਆ, ਖੇਡਾਂ ਨਾਲ ਜੁੜਿਆ ਹੋਇਆ ਹੈ, ਉਹ ਜੀਵਨ ਦੇ ਕਿਸੇ ਵੀ ਖੇਤਰ 'ਚ ਕੰਮ ਕਰਦਾ ਹੋਵੇ, ਬਿਲਕੁਲ ਇੱਕ ਵੱਖਰੀ ਦਿੱਖ ਹੋਏਗੀ ਜੀ। ਇੱਕ ਸਧਾਰਨ ਆਦਮੀ ਤੇ ਇੱਕ ਸਪੋਰਟਸਮੈਨ, ਖਿਡਾਰੀ, ਉਹ ਦੋਵਾਂ ਦੀ ਸ਼ਖਸੀਅਤ ਬਹੁਤ ਵੱਖਰੀ ਹੋਏਗੀ, ਸੁਭਾਅ ਵੀ ਵੱਖਰੇ ਹੋਣਗੇ। ਬਿਲਕੁਲ ਬਿਲਕੁਲ। ਸੋ ਪੀਟੀ ਦੀ ਤੁਸੀਂ ਗੱਲ ਕੀਤੀ ਹੈ ਸਕੂਲਾਂ ਦੀ, ਕਿਉਂਕਿ ਤੁਸੀਂ ਖੁਦ ਸਕੂਲ ਦੇ ਵਿੱਚ ਆਪਣਾ ਪੂਰਾ ਅਰੇਂਜਮੈਂਟ ਕਰਕੇ ਰੱਖਦੇ ਹੋ। ਹੁਣ ਆਪਾਂ ਸ਼ੁਰੂ ਕਰਦੇ ਹਾਂ, ਘਰ ਤੋਂ ਆਉਂਦੇ ਹਾਂ, ਇੱਕ ਇੱਕ ਕਦਮ ਅੱਗੇ ਵਧਾਂਗੇ। ਘਰ ਦੇ ਵਿੱਚ ਅਸੀਂ ਪਹਿਲਾਂ ਵੀ ਗੱਲ ਕੀਤੀ, ਅੱਜ ਕੱਲ ਫਲੈਟ ਸਿਸਟਮ ਹੈ, ਸੁਸਾਇਟੀਆਂ ਬਣੀਆਂ ਹੋਈਆਂ ਨੇ, ਜਾਂ ਵੈਸੇ ਵੀ ਜੇ ਕਲੋਨੀਆਂ ਬਣੀਆਂ ਹੋਈਆਂ ਨੇ ਉੱਥੇ ਵੀ ਇੱਕ ਤੁਸੀਂ ਸੰਸਥਾ ਬਣਾ ਲੈਂਦੇ ਹੋ ਕਲੋਨੀ ਦੀ ਭਲਾਈ ਵਾਸਤੇ ਕੰਮ ਕਰਦੀ ਹੈ। ਉਹ ਲੋਕ ਕੀ ਕਰਨ ਸਪੋਰਟਸ ਦੇ ਨਾਲ, ਖੇਡਾਂ ਦੇ ਨਾਲ ਜੋੜਨ ਵਾਸਤੇ? ਹਾਂ ਬਿਲਕੁਲ ਸੰਜੀਵ ਜੀ, ਇਹ ਬਹੁਤ ਵੱਡਾ ਰੋਲ ਹੈ ਔਰ ਸਾਨੂੰ ਲੋੜ ਹੈ, ਅੱਜ ਸਮੇਂ ਦੀ ਲੋੜ ਹੈ ਕਿ ਜੇਕਰ ਕਲੋਨੀਆਂ ਹੈ, ਜੇਕਰ ਮੁਹੱਲੇ ਬਣੇ ਆ ਜਾਂ ਸੁਸਾਇਟੀਆਂ ਬਣੀਆਂ ਤਾਂ ਉਹਨਾਂ ਦੇ ਵਿੱਚ ਅਸੀਂ ਅਕਸਰ ਹੀ ਸੁਣਦੇ ਹਾਂ ਕਿ ਹਿਮਾ ਦਾਸ ਹੈ ਜਿਹਦੇ ਕੋਲ ਚੱਪਲਾਂ ਵਾਸਤੇ ਪੈਸੇ ਹੈ ਨਹੀਂ ਸੀਗੇ, ਜਾਂ ਮਿਲਖਾ ਸਿੰਘ ਨੰਗੇ ਪੈਰੀ ਦੌੜਦਾ ਰਿਹਾ। ਤਾਂ ਅਸੀਂ ਜਦੋਂ ਕੋਈ ਇਨਸਾਨ ਸਕਸੈਸ ਹੋ ਜਾਂਦਾ ਉਸ ਤੋਂ ਬਾਅਦ ਉਹਨਾਂ ਦੀਆਂ ਸਟੋਰੀਆਂ ਤਾਂ ਜ਼ਰੂਰ ਪੜ੍ਹਦੇ ਹਾਂ, ਪਰ ਉਸ ਵੇਲੇ ਜਦੋਂ ਬੰਦਾ ਸਟਰਗਲ ਕਰ ਰਿਹਾ ਉਦੋਂ ਹੈਲਪ ਕਰਨ ਵਾਸਤੇ ਸਾਨੂੰ ਅੱਗੇ ਆਉਣਾ ਚਾਹੀਦਾ। ਤਾਂ ਸੁਸਾਇਟੀਆਂ ਦਾ ਔਰ ਇਹਨਾਂ ਦਾ ਕੰਮ ਹੋਣਾ ਚਾਹੀਦਾ ਕਿ ਉਹਨਾਂ ਨੂੰ ਗਰਾਊਂਡ ਪ੍ਰੋਵਾਈਡ ਕੀਤੇ ਜਾਣ, ਪਾਰਕ ਪ੍ਰੋਵਾਈਡ ਕੀਤੇ ਜਾਣ। ਪਾਰਕ ਹੋਣਗੇ, ਬੱਚੇ ਜਾਣਗੇ, ਜੇਕਰ ਜਾਣਗੇ ਤਾਂ ਬੈਠਣਗੇ ਨਹੀਂ, ਫਿਰ ਉਹ ਖੇਡਣਗੇ ਵੀ ਜ਼ਰੂਰ, ਔਰ ਖੇਡਣਗੇ ਤਾਂ ਉਹਨਾਂ ਨੂੰ ਅੱਜ ਵੀ ਸਾਡੇ ਦੇਸ਼ ਦੇ ਵਿੱਚ, ਸਾਡੇ ਸੂਬੇ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਬੱਚੇ ਮਿਲ ਜਾਣਗੇ ਜਿਹੜੇ ਖੇਡਣਾ ਚਾਹੁੰਦੇ ਆ, ਜਿਨ੍ਹਾਂ 'ਚ ਟੈਲੈਂਟ ਬਹੁਤ ਹੈ, ਪਰ ਉਹਨਾਂ ਨੂੰ ਬਹੁਤ ਸਾਰੇ ਇਕਵਿਪਮੈਂਟ ਚਾਹੀਦੇ ਆ, ਉਹਨਾਂ ਨੂੰ ਸਪੋਰਟਸ ਸ਼ੂਜ਼ ਚਾਹੀਦੇ ਆ, ਉਹਨਾਂ ਨੂੰ ਰੈਕਟ ਚਾਹੀਦੇ ਆ, ਉਹਨਾਂ ਨੂੰ ਖੇਡਣ ਵਾਸਤੇ ਗਲਵਸ ਚਾਹੀਦੇ ਆ। ਤਾਂ ਇਹ ਚੀਜ਼ਾਂ ਸੁਸਾਇਟੀਆਂ ਕਰ ਸਕਦੀਆਂ ਜਿਨ੍ਹਾਂ ਦੇ ਨਾਲ ਬੱਚਿਆਂ ਨੂੰ ਜੋ ਚੀਜ਼ਾਂ ਦੀ ਜ਼ਰੂਰਤ ਹੈ ਜੇਕਰ ਪੂਰੀ ਕਰਦੇ ਨੇ ਤਾਂ ਉਹਨਾਂ ਦਾ ਟੈਲੈਂਟ ਉੱਭਰ ਕੇ ਬਾਹਰ ਆਉਂਦਾ ਔਰ ਉਹ ਅੱਗੇ ਵੱਧ ਕੇ ਦੇਸ਼ ਦਾ ਔਰ ਆਪਣੀ ਸੁਸਾਇਟੀ ਦਾ ਨਾਮ ਰੋਸ਼ਨ ਕਰਦੇ ਆ। ਬਿਲਕੁਲ ਠੀਕ ਗੱਲ ਹੈ। ਤੇ ਉਸ ਤੋਂ ਬਾਅਦ ਜਦੋਂ ਆਪਾਂ ਅੱਗੇ ਵਧੀਏ, ਆਂਢ ਗੁਆਂਢ, ਮਾਪਿਆਂ ਦੀ ਆਪਾਂ ਗੱਲ ਕੀਤੀ ਕਿ ਮਾਪੇ ਵੀ ਕਿਉਂਕਿ ਖੁਦ ਖੇਡਦੇ ਰਹੇ ਨੇ, ਉਹ ਵੀ ਬੱਚਿਆਂ ਨੂੰ ਕਹਿਣ ਕਿ ਉਤਸ਼ਾਹਿਤ ਕਰਨ, ਖੇਡੋ। ਆਂਢ ਗੁਆਂਢ ਵੀ ਜਿਹੜੀਆਂ ਸੁਸਾਇਟੀਆਂ ਬਣੀਆਂ ਹੋਈਆਂ ਨੇ, ਉਸ ਤੋਂ ਨਾਲ ਆਪਾਂ ਦੇਖਦੇ ਹਾਂ ਕਲੱਬ ਬਣਦੇ ਨੇ, NGOs ਆਉਂਦੀਆਂ ਨੇ, ਉਹ ਕੀ ਕਰਨ, ਫੰਡ ਕਿੱਥੋਂ ਆਵੇ ਤੇ ਉਹ ਕਿੱਦਾਂ ਕੰਮ ਕਰਨ? NGOs ਕੋਲ ਕਿਉਂਕਿ ਉਹਨਾਂ ਦਾ ਆਪਦਾ ਇੱਕ ਫੰਡ ਹੁੰਦਾ ਹੈ, ਚਾਹੇ ਉਹ ਲੋਕਾਂ ਤੋਂ ਪਬਲਿਕ ਦੀ ਹੈਲਪ ਨਾਲ ਲੈਂਦੇ ਆ, ਚਾਹੇ ਸਪੋਰਟਸ ਕਲੱਬ ਬਣੇ ਹੋਏ ਆ ਉਹਨਾਂ ਨੂੰ ਗਵਰਨਮੈਂਟ ਵੱਲੋਂ ਵੀ ਗ੍ਰਾਂਟਸ ਆਉਂਦੀਆਂ। ਤਾਂ ਅਸਲ ਵਿੱਚ ਇਹ ਬਹੁਤ ਵੱਡਾ ਰੋਲ ਨਿਭਾ ਸਕਦੇ ਆ ਬੱਚਿਆਂ ਨੂੰ ਜਾਂ ਉਹਨਾਂ ਵਿਦਿਆਰਥੀਆਂ ਨੂੰ, ਘੱਟੋ ਘੱਟ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਔਰ ਜਿਨ੍ਹਾਂ ਕੋਲ ਫੰਡਾਂ ਦੀ ਜਾਂ ਕਹਿ ਲਓ ਕਿ ਸਾਧਨਾਂ ਦੀ ਘਾਟ ਹੈ, ਉਹ ਸਾਧਨ ਮੁਹੱਈਆ ਕਰਾ ਕੇ ਉਹਨਾਂ ਬੱਚਿਆਂ ਦੇ ਅੰਦਰ ਜੋ ਟੈਲੈਂਟ ਹੈ ਉਹਨੂੰ ਉਭਾਰ ਸਕਦੇ ਆ। ਅੱਜ ਵੀ ਸਾਡੇ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦੇ ਵਿਦਿਆਰਥੀ ਪੜ੍ਹਦੇ ਆ ਜਿਨ੍ਹਾਂ ਕੋਲ ਆਪਣੀ ਵਰਦੀ ਖਰੀਦਣ ਵਾਸਤੇ ਪੈਸੇ ਨਹੀਂ ਹੈਗੇ, ਜਾਂ ਜਿਨ੍ਹਾਂ ਕੋਲ ਜੇਕਰ ਉਹ ਰੇਸਾਂ ਦੇ ਵਿੱਚ ਬਹੁਤ ਅੱਛੇ ਆ ਪਰ ਉਹਨਾਂ ਕੋਲ ਅੱਛੇ ਸਪੋਰਟਸ ਸ਼ੂਜ਼ ਨਹੀਂ ਹੈਗੇ। ਉਹ ਬੱਚੇ ਬਾਕਸਿੰਗ ਬਹੁਤ ਵਧੀਆ ਕਰਨਾ ਜਾਣਦੇ ਆ ਬਟ ਉਹਨਾਂ ਕੋਲ ਆਪਦੇ ਗਲਵਜ਼ ਨਹੀਂ ਹੈਗੇ ਜਾਂ ਉਹਨਾਂ ਕੋਲ ਆਪਦੇ ਟਰੈਕ ਸੂਟ ਨਹੀਂ ਹੈਗਾ ਕਿ ਉਹ ਪਾ ਕੇ ਆ ਸਕਣ। ਤਾਂ ਸਾਨੂੰ ਇਹਨਾਂ NGO ਤੋਂ, ਇਹਨਾਂ ਕਲੱਬਾਂ ਤੋਂ ਇਹ ਹੈਲਪ ਹੋਣੀ ਚਾਹੀਦੀ ਹੈ ਕਿ ਜਿਹੜੇ ਵਿਦਿਆਰਥੀ ਕਿਸੇ ਵੀ ਖੇਡ ਦੇ ਵਿੱਚ, ਕਿਸੇ ਵੀ ਪੱਧਰ ਦੇ ਉੱਪਰ ਕੋਸ਼ਿਸ਼ ਕਰ ਰਿਹਾ ਤਾਂ ਉਹਨੂੰ ਜੋ ਚਾਹੀਦਾ ਉਹ ਪ੍ਰੋਵਾਈਡ ਕਰ ਸਕਣ, ਉਹਨਾਂ ਨੂੰ ਗਰਾਊਂਡਾਂ ਪ੍ਰੋਵਾਈਡ ਕਰ ਦੇਣ, ਉਹਨਾਂ ਨੂੰ ਜੋ ਖੇਡ ਦਾ ਸਮਾਨ ਹੈ ਉਹ ਪ੍ਰੋਵਾਈਡ ਕਰ ਦੇਣ। ਤਾਂ ਇਹਦੇ ਨਾਲ ਬੱਚਿਆਂ ਦੇ ਅੰਦਰ ਜਿਹੜੀ ਇੱਕ ਜਗਿਆਸਾ ਹੈ ਉਹ ਤ੍ਰਿਪਤ ਹੋਏਗੀ, ਔਰ ਤ੍ਰਿਪਤ ਹੋਣ ਦੇ ਨਾਲ ਨਾਲ ਬੱਚੇ ਉਹ ਡੈਫੀਨੇਟਲੀ ਅੱਗੇ ਵੱਧ ਕੇ ਪੰਜਾਬ ਦਾ ਔਰ ਦੇਸ਼ ਦਾ ਨਾਮ ਵੀ ਰੋਸ਼ਨ ਕਰਨਗੇ। ਅਸੀਂ ਛੋਟੀ ਜਿਹੀ ਗੱਲ ਕਰ ਲਈਏ, ਹਰਿਆਣੇ ਦੇ ਵਿੱਚ, ਹਰਿਆਣਾ ਵੀ ਸਾਡੇ ਨਾਲ ਦਾ ਸੂਬਾ, ਸਾਡਾ ਭਰਾ ਸੂਬਾ, ਉਸ ਸੂਬੇ ਦੇ ਵਿੱਚੋਂ ਕਿੰਨੇ ਸਪੋਰਟਸਮੈਨ ਪੈਦਾ ਹੋ ਰਹੇ ਆ। ਤਾਂ ਉਹ ਉੱਥੋਂ ਦੇ ਪਿੰਡਾਂ ਦਾ ਵਾਤਾਵਰਨ ਇਸ ਤਰ੍ਹਾਂ ਦਾ ਸਿਰਜਿਆ ਗਿਆ, ਉੱਥੋਂ ਦੀਆਂ NGO ਇਸ ਕੰਮ ਲਈ ਕੰਮ ਕਰ ਰਹੀਆਂ, ਪੰਚਾਇਤਾਂ ਇਸ ਕੰਮ ਲਈ ਅੱਗੇ ਵਧੀਆਂ ਹੋਈਆਂ ਕਿ ਹਰ ਬੱਚੇ ਨੂੰ ਉਤਸ਼ਾਹਿਤ ਕਰ ਰਹੀਆਂ। ਬੱਚਾ ਕੋਈ ਜਿੱਤਿਆ ਉਹਨੂੰ ਇਨਾਮ ਦੇ ਦਿੱਤਾ। ਮੇਰੇ ਸਕੂਲ ਦੇ ਵਿੱਚ ਇੱਕ ਮੈਂ ਟ੍ਰੈਂਡ ਚਲਾਇਆ ਜਿਹੜਾ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਬੱਚਾ ਜੇਕਰ ਖੇਡਾਂ ਦੇ ਵਿੱਚ ਜਾਂਦਾ, ਚਾਹੇ ਉਹ ਜ਼ਿਲ੍ਹਾ ਪੱਧਰ ਤੇ ਜਾਂਦਾ, ਚਾਹੇ ਉਹ ਸਟੇਟ ਪੱਧਰ ਤੇ ਜਾਂਦਾ, ਜੇਕਰ ਬੱਚਾ ਹਾਰ ਕੇ ਵੀ ਆਉਂਦਾ ਤਾਂ ਅਸੀਂ ਉਹਨੂੰ ਸਟੇਜ ਦੇ ਉੱਪਰ 골ਡ ਮੈਡਲ ਦੇ ਕੇ ਉਹਨੂੰ ਨਿਵਾਜਦੇ ਹਾਂ ਕਿ ਉਹ ਹਾਰ ਕੇ ਆਇਆ, ਉਹ ਖੇਡਿਆ ਤਾਂ ਹੈ, ਉਹਨੇ ਪਾਰਟਿਸਪੇਟ ਤਾਂ ਕੀਤਾ, ਤੇ ਜੇਕਰ ਉਹ ਹਾਰ ਕੇ ਆਇਆ ਤਾਂ ਵੀ ਉਹਨੂੰ, ਅਸੀਂ ਆਪਦੇ ਸਕੂਲ ਵੱਲੋਂ ਉਹਨੂੰ 골ਡ ਮੈਡਲ ਦਿੰਦੇ ਹਾਂ। ਤੇ ਇਹਦੇ ਨਾਲ ਬੱਚਿਆਂ ਦੇ ਅੰਦਰ ਇੱਕ ਭਾਵਨਾ ਪੈਦਾ ਹੋਈ ਹੈ, ਹਰ ਬੱਚਾ ਖੇਡਣ ਵਾਸਤੇ ਤਿਆਰ ਹੋ ਗਿਆ ਕਿਉਂਕਿ ਜਿੱਤ ਔਰ ਹਾਰ ਜ਼ਿੰਦਗੀ ਦੇ ਦੋਨੋਂ ਪੱਖ ਆ ਔਰ ਇਹਨਾਂ ਨੂੰ ਨਾਲ ਲੈ ਕੇ ਚੱਲਣਾ, ਇੱਕ ਬੈਲੈਂਸ ਬਣਾ ਕੇ ਚੱਲਣਾ, ਇਹੀ ਇੱਕ ਇਨਸਾਨ ਦੀ ਜਿਹੜੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਬਹੁਤ ਵਧੀਆ ਗੱਲ ਤੁਸੀਂ ਕੀਤੀ ਕਿ ਮਤਲਬ
ਹਾਰਦੇ ਹੋ ਜਿੱਤਦੇ ਹੋ ਵੱਖਰੀ ਗੱਲ ਹੈ, ਵੱਖਰੀ ਗੱਲ ਹੈ, ਪਰ ਤੁਸੀਂ ਖੇਡੇ ਹੋ, ਤੁਸੀਂ ਖਿਡਾਰੀ ਹੋ, ਤੁਹਾਡੀ ਗੇਮ ਕਿੱਦਾਂ ਦੀ ਹੈ, ਤੁਹਾਡੀ ਖੇਡ ਕਿੱਦਾਂ ਦੀ ਹੈ, ਇਸ ਚੀਜ਼ ਦੇ ਉੱਤੇ ਬਹੁਤ ਚੀਜ਼ ਨਿਰਭਰ ਕਰਦੀ ਹੈ, ਆਧਾਰਿਤ ਹੈ। ਦੇਖੋ ਆਪਣੇ ਦਸ਼ਮੇਸ਼ ਪਿਤਾ ਦੇ ਸਭ ਤੋਂ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਬਹੁਤ ਵਧੀਆ ਖਿਡਾਰੀ, ਬਹੁਤ ਵਧੀਆ ਸਪੋਰਟਸਮੈਨ ਨੇ। 6ਵੀਂ ਪਾਤਸ਼ਾਹੀ ਨੇ ਮੱਲ ਯੁੱਧ ਅਖਾੜਿਆਂ ਨੂੰ ਬਹੁਤ ਜ਼ਿਆਦਾ ਪ੍ਰੋਤਸਾਹਿਤ ਕੀਤਾ, ਤਾਂ ਸਾਡੇ ਗੁਰੂ ਸਾਹਿਬਾਨ ਵੀ ਸਾਨੂੰ ਖੇਡਾਂ ਨਾਲ ਜੋੜਦੇ ਨੇ। ਬਿਲਕੁਲ। ਸੋ ਕਈ ਵਾਰ ਅਸੀਂ ਇਹ ਗੱਲਾਂ ਸੁਣਦੇ ਹਾਂ ਕਿ ਫੰਡ ਤਾਂ ਆਉਂਦੇ ਨੇ, ਕਈ ਥਾਂ ਦੇ ਉੱਤੇ ਡਿਪਾਰਟਮੈਂਟਸ ਵੱਲੋਂ ਵੀ ਫੰਡ ਆਉਂਦੇ ਨੇ, ਪਰ ਉਹ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਹੁੰਦੇ, ਖਿਡਾਰੀਆਂ ਤੱਕ ਨਹੀਂ ਜਾਂਦੇ। ਜਿੱਦਾਂ ਤੁਸੀਂ ਕਹਿ ਰਹੇ ਹੋ ਨਾ, ਸਪੋਰਟਸ ਸ਼ੂਜ਼ ਨਹੀਂ ਹੈਗੇ, ਰੈਕਟ ਨਹੀਂ ਹੈਗੇ, ਦਸਤਾਨੇ ਨਹੀਂ ਹੈਗੇ, ਉਹ ਫੰਡਾਂ ਨੂੰ ਰੈਗੂਲੇਟ ਕਿਉਂ ਨਹੀਂ ਕੀਤਾ ਜਾਂਦਾ ਠੀਕ ਤਰ੍ਹਾਂ ਨਾਲ, ਉਹ ਵੀ ਇਸਤੇਮਾਲ ਹੋਣ ਤਾਂ ਕਿ ਖਿਡਾਰੀਆਂ ਤੱਕ ਚੀਜ਼ ਪਹੁੰਚੇ। ਜੀ ਬੇਸਿਕਲੀ ਜਦੋਂ ਤੱਕ ਅਵੇਅਰਨੈਸ ਨਹੀਂ ਆਏਗੀ, ਸਾਨੂੰ ਸਾਡੀ ਜਿਗਿਆਸਾ ਨਹੀਂ ਹੋਏਗੀ, ਜਾਗਰੂਕਤਾ ਨਹੀਂ ਆਏਗੀ, ਔਰ ਜਦੋਂ ਖੇਡਾਂ ਨੂੰ ਅਸੀਂ ਮਹੱਤਵ ਨਹੀਂ ਦੇਵਾਂਗੇ ਜਦੋਂ ਤੱਕ, ਉਦੋਂ ਤੱਕ ਇਹ ਚੀਜ਼ਾਂ ਵਾਪਰਦੀਆਂ ਰਹਿਣਗੀਆਂ। ਕਿਉਂਕਿ ਅਸੀਂ ਖੇਡਾਂ ਨੂੰ ਸ਼ਾਇਦ ਇਹ ਸਮਝ ਲਿਆ ਹੋਇਆ ਕਿ ਇਹ ਸਾਈਡ ਬਿਜ਼ਨਸ ਹੈ, ਇਹ ਕੋਈ ਸਾਡਾ ਪਰਮਾਨੈਂਟ ਬਿਜ਼ਨਸ ਫਜ਼ੂਲ ਦਾ ਕੰਮ ਹੈ, ਜਾਂ ਜੇ ਕਿਸੇ ਨੇ ਕਰ ਲਿਆ ਠੀਕ ਹੈ, ਨਹੀਂ ਤਾਂ ਨਹੀਂ। ਪਰ ਸਕੂਲਾਂ ਦੇ ਵਿੱਚ ਔਰ ਵਿਦਿਆਰਥੀਆਂ ਵਾਸਤੇ ਸਪੋਰਟਸ ਕੰਪਲਸਰੀ ਹੋਣੀ ਚਾਹੀਦੀ ਹੈ। ਮੈਂ ਤਾਂ ਇੱਥੋਂ ਤੱਕ ਮੰਨਦਾ ਕਿ ਜੇਕਰ ਤੁਸੀਂ ਸਪੋਰਟਸ ਕਰ ਨਹੀਂ ਸਕਦੇ ਤਾਂ ਤੁਸੀਂ ਸਪੋਰਟਸ ਵੇਖੋ ਜ਼ਰੂਰ। ਜੇਕਰ ਤੁਸੀਂ ਸਪੋਰਟਸ ਵੇਖ ਨਹੀਂ ਸਕਦੇ ਤਾਂ ਤੁਸੀਂ ਉਹਦੇ ਵਾਸਤੇ ਕੋਈ ਫੰਡ ਮੁਹੱਈਆ ਕਰਾ ਦਿਓ, ਉਹਦੇ ਵਾਸਤੇ ਕੋਈ ਸਹਾਇਤਾ ਦੇ ਦਿਓ, ਤਾਂ ਹਰ ਇਨਸਾਨ, ਚਾਹੇ ਉਹ ਵਿਦਿਆਰਥੀ ਹੈ, ਚਾਹੇ ਉਹ ਇੱਕ ਆਮ ਨਾਗਰਿਕ ਹੈ, ਚਾਹੇ ਉਹ ਇੱਕ ਰਿਕਸ਼ਾ ਚਲਾਉਣ ਵਾਲੇ ਕਿਉਂ ਨਾ ਹੋਵੇ, ਪਰ ਮੈਂ ਇਹ ਮੰਨਦਾ ਕਿ ਉਹਨਾਂ ਦਾ ਸਪੋਰਟਸ ਨਾਲ ਜੁੜਿਆ ਜ਼ਰੂਰ ਹੋਣਾ ਚਾਹੀਦਾ, ਉਹਨਾਂ ਦੇ ਬੱਚੇ ਖੇਡਦੇ ਹੋਣੇ ਚਾਹੀਦੇ। ਜੇਕਰ ਅਸੀਂ ਖੁਦ ਨਹੀਂ ਖੇਡ ਸਕਦੇ ਤਾਂ ਖੇਡਦਿਆਂ ਹੋਇਆਂ ਨੂੰ ਵੇਖ ਸਕਦੇ ਹਾਂ, ਇਹਦੇ ਨਾਲ ਵੀ ਸਾਨੂੰ ਬੜੀ ਸ਼ਾਂਤੀ ਮਿਲਦੀ ਹੈ। ਤੁਸੀਂ ਵੇਖਿਆ ਹੋਣਾ ਕਿ ਕ੍ਰਿਕਟ 'ਚ ਚੌਕਾ ਜਾਂ ਛਿੱਕਾ ਤਾਂ ਕੋਈ ਹੋਰ ਮਾਰ ਰਿਹਾ ਹੁੰਦਾ ਤੇ ਅਸੀਂ ਬਾਹਾਂ ਉਲਾਰ ਰਹੇ ਹੁੰਦੇ ਜਾਂ ਸਾਡਾ ਜ਼ੋਰ ਲੱਗ ਰਿਹਾ ਹੁੰਦਾ। ਬਹੁਤ ਵਾਰੀ ਵੇਖਿਆ ਕਿ ਬਾਕਸਿੰਗ ਬੱਚੇ ਖੇਡ ਰਹੀਆਂ, ਜੇਕਰ ਸਾਡਾ ਖਿਡਾਰੀ ਉਹਦੇ 'ਚ ਪਾਰਟੀਸਪੇਟ ਕਰ ਰਿਹਾ ਤਾਂ ਅਸੀਂ ਸਾਰੇ ਬੈਠੇ ਉੱਤੇ ਜ਼ੋਰ ਲਗਾ ਰਹੇ ਹੁੰਦੇ ਹਾਂ ਕਿ ਮਾਰ ਇਹਦੇ ਜ਼ੋਰ ਨਾਲ ਮਾਰ। ਭਾਵ ਇਹ ਹੈ ਕਿ ਇਹ ਭਾਵਨਾ ਪੈਦਾ ਕਰਨ ਵਾਸਤੇ, ਇੱਕ এনवायरमेंट ਕ੍ਰੀਏਟ ਕਰਨ ਵਾਸਤੇ ਸਾਡੀ ਇੱਕ ਕੋਸ਼ਿਸ਼ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਜਿੰਨਾ ਚਿਰ ਗਰਾਊਂਡਾਂ 'ਚ ਔਰ ਖੇਡਾਂ ਦੇ ਨਾਲ ਅਸੀਂ ਨਹੀਂ ਜੋੜਾਂਗੇ, ਸਾਡੇ ਵਿਦਿਆਰਥੀ, ਸਾਡੇ ਬੱਚੇ ਜਿਹੜੇ ਆ, ਉਹਨਾਂ ਦੀ ਸ਼ਖਸੀਅਤ ਦੀ ਉਸਾਰੀ ਨਹੀਂ ਕਰ ਪਾਵਾਂਗੇ। ਇਹ ਸਾਨੂੰ ਇਸ ਚੀਜ਼ ਦਾ ਮਹੱਤਵ ਸਮਝਣ ਦੀ ਜ਼ਰੂਰਤ ਹੈ। ਜਦੋਂ ਸੁਸਾਇਟੀ, ਲੋਕ, ਮਾਪੇ, ਟੀਚਰ ਔਰ ਜੋ ਸਾਡੇ ਵਿਭਾਗ ਆ, ਇਹਦਾ ਮਹੱਤਵ ਸਮਝ ਜਾਣਗੇ ਤਾਂ ਫਿਰ ਡੈਫੀਨੇਟਲੀ ਇਹ ਚੀਜ਼ਾਂ ਪਾਸੇ ਹੋ ਜਾਣਗੀਆਂ ਔਰ ਇੱਕ ਸਹੀ ਦਿਸ਼ਾ ਵੱਲ ਅਸੀਂ ਵਧਣਾ ਸ਼ੁਰੂ ਕਰ ਦੇਵਾਂਗੇ। ਸੰਸਥਾ ਨੂੰ ਚਲਾਉਣ ਵਾਲੇ, ਪ੍ਰਸ਼ਾਸਨ ਨੂੰ ਚਲਾਉਣ ਵਾਲੇ, ਜਿਨ੍ਹਾਂ ਨੇ ਉਹਨਾਂ ਕੋਟਿਆਂ ਦਾ, ਉਹਨਾਂ ਪੈਸਿਆਂ ਦਾ ਜਿਹੜੇ ਫੰਡ ਆਉਂਦੇ ਨੇ ਸਹੀ ਇਸਤੇਮਾਲ ਕਰਨਾ ਹੈ, ਉਹਨਾਂ ਦੇ ਅੰਦਰ ਵੀ ਉਤਸ਼ਾਹ ਹੋਣਾ ਚਾਹੀਦਾ ਕਿ ਉਹਨਾਂ ਨੇ ਸਪੋਰਟਸਮੈਨ, ਖਿਡਾਰੀ ਤਿਆਰ ਕਰਨੇ ਨੇ। ਬਿਲਕੁਲ ਜੀ। ਇੱਥੇ ਇੱਕ ਐਗਜ਼ਾਮਪਲ ਆਉਂਦੀ ਹੈ, ਇੱਕ ਕ੍ਰਿਕਟਰ ਦੇ ਇੰਟਰਨੈਸ਼ਨਲ ਪਲੇਅਰ, ਤੁਸੀਂ ਕ੍ਰਿਕਟ ਦੀ ਗੱਲ ਕੀਤੀ, ਇਆਨ ਬੋਥਮ, ਜਦੋਂ ਉਹ ਰਿਟਾਇਰ ਹੁੰਦੇ ਨੇ ਤਾਂ ਉਹਨਾਂ ਦੀ ਕੰਟਰੀ ਵੱਲੋਂ ਉਹਨਾਂ ਨੂੰ ਆਫਰ ਹੁੰਦੀ ਕਿ ਤੁਸੀਂ ਨੈਸ਼ਨਲ ਟੀਮ ਦੇ ਕੋਚ ਬਣੋ। ਕਹਿੰਦੇ ਨਹੀਂ, ਮੈਂ ਸਕੂਲਾਂ 'ਚ ਜਾਵਾਂਗਾ, ਛੋਟੇ ਬੱਚਿਆਂ ਨੂੰ ਕ੍ਰਿਕਟ ਖਿਡਾਵਾਂਗਾ, ਉਹਨਾਂ ਨੂੰ ਸਿਖਾਵਾਂਗਾ, ਉੱਥੋਂ ਪਨੀਰੀ ਪੈਦਾ ਕਰਾਂਗਾ। ਤਾਂ ਇਹ ਸਾਡੇ ਜਿਹੜੇ ਸਪੋਰਟਸਮੈਨ ਨੇ, ਸਪੋਰਟਸ ਵੂਮਨ ਨੇ, ਜਿਹੜੇ ਖਿਡਾਰੀ ਨੇ, ਇਸਤਰੀਆਂ, ਪੁਰਸ਼, ਉਹਨਾਂ ਨੂੰ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਸਕੂਲ ਦਾ ਕੀ ਰੋਲ ਹੋਵੇ, ਕਿਉਂਕਿ ਮੁੱਢ ਤਾਂ ਉੱਥੋਂ ਹੀ ਬੰਨਾਂਗੇ ਨਾ ਆਪਾਂ। ਸਕੂਲ ਤੇ ਆਪਾਂ ਆਉਂਦੇ ਹਾਂ ਕਿ ਮੁੱਢ ਪੱਕਾ ਹੋ ਜਾਏ। ਜੀ, ਸਕੂਲ ਇੱਕ ਇਸ ਤਰ੍ਹਾਂ ਦਾ ਛੋਟਾ ਸਮਾਜ ਹੈ ਜਿਹਨੇ ਵੱਡੇ ਸਮਾਜ ਦੀ ਸਿਰਜਣਾ ਕਰਨੀ ਹੁੰਦੀ ਹੈ, ਔਰ ਉਸ ਛੋਟੇ ਸਮਾਜ ਦੇ ਵਿੱਚ ਸਪੋਰਟਸ ਦਾ ਅਹਿਮੀਅਤ ਇੰਨੀ ਕੁ ਹੈ ਕਿ ਜੇਕਰ ਅਸੀਂ ਸਪੋਰਟਸ ਨੂੰ ਅਲੱਗਾ ਕਰ ਦਈਏ ਤਾਂ ਸਾਡੀ ਸਿੱਖਿਆ ਅਧੂਰੀ ਰਹਿ ਜਾਏਗੀ, ਇਨਕੰਪਲੀਟ ਮੰਨੀ ਜਾਏਗੀ। ਇਹ ਇੱਕ ਦੂਜੇ ਦੇ ਪੂਰਕ ਹੈ। ਸਪੋਰਟਸ ਤੋਂ ਬਿਨਾਂ ਸਿੱਖਿਆ ਨੂੰ ਪੂਰਾ ਮੰਨਣਾ ਕਿਸੇ ਤਰ੍ਹਾਂ ਵੀ ਸੰਭਵ ਨਹੀਂ। ਸਕੂਲ ਇੱਕ ਇਸ ਤਰ੍ਹਾਂ ਦਾ ਅਦਾਇਰਾ ਹੈ ਜਿਹਦੇ ਵਿੱਚ ਬੱਚਿਆਂ ਦੇ ਅੰਦਰ ਇਹ ਪਨੀਰੀ ਬੀਜੀ ਜਾਣੀ ਹੈ, ਇਹਦੀ ਉਪਜ ਵੱਡੀ ਹੋਣੀ ਹੈ ਔਰ ਬੱਚਿਆਂ ਦਾ ਜੀਵਨ ਜਾਂਚ ਬਣ ਜਾਣੀ ਆ। ਉਹ ਚਾਹੇ ਉਸ ਤੋਂ ਬਾਅਦ 60 ਸਾਲ ਦਾ ਵੀ ਹੋ ਜਾਵੇ, ਜੇਕਰ ਉਹ ਸਕੂਲ ਦੇ ਸਮੇਂ ਦੇ ਵਿੱਚ ਸਪੋਰਟਸ ਨਾਲ ਜੁੜ ਗਿਆ ਔਰ ਉਹਨੇ ਐਕਸਰਸਾਈਜ਼ ਸ਼ੁਰੂ ਕਰ ਦਿੱਤੀ ਤਾਂ ਉਹਦਾ ਨਿਤਨੇਮ ਬਣ ਗਿਆ। ਮੈਂ ਇੱਥੇ ਵੀ ਜ਼ਿਕਰ ਕਰਨਾ ਚਾਹਾਂਗਾ ਕਿ ਸਪੋਰਟਸ ਸਾਨੂੰ ਅਨੁਸ਼ਾਸਿਤ ਵੀ ਕਰਦੀ ਹੈ, ਸਾਨੂੰ ਸਹਿਣਸ਼ੀਲ ਵੀ ਬਣਾਉਂਦੀ ਹੈ ਔਰ ਸਾਡੇ ਅੰਦਰ ਉਹ ਜਜ਼ਬਾ ਵੀ ਪੈਦਾ ਕਰਦੀ ਹੈ ਕਿ ਅਸੀਂ ਕਿਸੇ ਵਾਸਤੇ ਕੁਝ ਕਰਨਾ। ਜਦੋਂ ਅਸੀਂ ਟੀਮ ਵਾਸਤੇ ਖੇਡਦੇ ਹਾਂ ਤਾਂ ਬਹੁਤ ਵਾਰੀ ਸਾਨੂੰ ਦੂਜੇ ਖਿਡਾਰੀ ਨੂੰ ਪਾਸ ਦੇਣਾ ਪੈਂਦਾ। ਬੇਸ਼ੱਕ ਮੇਰਾ ਦਿਲ ਕਰਦਾ ਕਿ ਮੈਂ ਗੋਲ ਕਰਾਂ, ਪਰ ਮੇਰਾ ਟੀਮ ਦੇ ਤੌਰ ਤੇ ਇਹ ਫਰਜ਼ ਬਣਦਾ ਕਿ ਮੈਂ ਉਹਨੂੰ ਪਾਸ ਦੇਵਾਂ। ਇਹ ਚੀਜ਼ਾਂ ਸ਼ਾਇਦ ਸਾਨੂੰ ਕਿਤੇ ਜਿਹੜੀ ਥਿਊਰੀ ਹੈ ਸਾਡੀ ਸਿੱਖਿਆ ਦੀ ਉਹ ਨਹੀਂ ਕਰਾ ਸਕਦੀ। ਸਕੂਲ ਇਹ ਵਾਤਾਵਰਨ ਸਿਰਜੇ। ਇਹ ਜ਼ਰੂਰੀ ਹੈ ਕਿ ਸਕੂਲਾਂ ਦੇ ਵਿੱਚ ਸਪੋਰਟਸ ਕੰਪਲਸਰੀ ਕੀਤੀ ਜਾਵੇ ਹਰ ਵਿਦਿਆਰਥੀ ਵਾਸਤੇ, ਚਾਹੇ ਉਹ ਬੈਡਮਿੰਟਨ ਖੇਡਣਾ ਚਾਹੁੰਦਾ, ਚਾਹੇ ਉਹ ਬਾਕਸਿੰਗ ਖੇਡਣਾ ਚਾਹੁੰਦਾ, ਚਾਹੇ ਉਹ ਖੋ-ਖੋ ਖੇਡਣਾ ਚਾਹੁੰਦਾ, ਚਾਹੇ ਉਹ ਵਾਲੀਬਾਲ ਖੇਡਣਾ ਚਾਹੁੰਦਾ। ਹਜ਼ਾਰਾਂ ਗੇਮਾਂ ਆ ਜਿਨ੍ਹਾਂ ਦੇ ਵਿੱਚ ਉਹ ਭਾਗ ਲੈ ਸਕਦਾ। ਪਰ ਮੇਰੀ ਇਹ ਅਪੀਲ ਹੈ ਕਿ ਹਰ ਇੱਕ ਸਕੂਲ ਦੇ ਵਿੱਚ ਹਰ ਵਿਦਿਆਰਥੀ ਕਿਸੇ ਨਾ ਕਿਸੇ ਗੇਮ ਨੂੰ ਅਡਾਪਟ ਕਰੇ, ਉਹਦੇ ਵਾਸਤੇ ਕੋਸ਼ਿਸ਼ ਕਰੇ ਤਾਂ ਕਿ ਇੱਕ ਵਾਤਾਵਰਨ ਸਿਰਜਿਆ ਜਾਵੇ ਤੇ ਬੱਚੇ ਦੀ ਆਦਤ ਬਣ ਜਾਵੇ।
ਸਾਰੇ ਜਣੇ ਸਪੋਰਟਸ ਕਰ ਰਹੇ ਨੇ, ਸਾਰੇ ਸਪੋਰਟਸਮੈਨ ਨੇ, ਸਪੋਰਟਸ ਵੂਮਨ, ਕਿੰਨਾ ਵਧੀਆ ਲੱਗਦਾ ਹੈ। ਬਿਲਕੁਲ ਸਪੋਰਟਸ ਦਾ ਪੀਰੀਅਡ ਨਹੀਂ ਹੋਣਾ ਚਾਹੀਦਾ ਇੱਕ ਸਕੂਲ ਦੇ ਵਿੱਚ? ਸਪੋਰਟਸ ਦੇ ਪੀਰੀਅਡ ਹੈ, ਪਰ ਸਪੋਰਟਸ ਦਾ ਪੀਰੀਅਡ ਜੇ 40 ਮਿੰਟ ਦਾ ਬਹੁਤ ਸਾਰੇ ਸਾਡੇ, ਜਿਵੇਂ ਹੁਣ ਮੈਂ ਗੱਲ ਕੀਤੀ ਹੈ ਮੇਰੇ ਸਕੂਲ ਦੇ ਵਿੱਚ ਪਰਮਜੀਤ ਸਿੰਘ ਡੀਪੀ ਨੇ, ਲక్ష్ਮੀ ਮੈਡਮ ਨੇ ਫਿਜ਼ੀਕਲ ਐਜੂਕੇਸ਼ਨ ਦੇ, ਸਪੋਰਟਸ ਸਕੂਲ ਦੇ ਟਾਈਮ 'ਚ ਤਾਂ ਹੈ ਹੀ ਹੈ ਜਿਹੜਾ ਇੱਕ ਪੀਰੀਅਡ ਹੈ ਉਹਨਾਂ ਦਾ ਜਾਂ ਫਿਜ਼ੀਕਲ ਐਜੂਕੇਸ਼ਨ ਦਾ, ਪਰ ਉਹਦੇ ਬਾਵਜੂਦ ਜਿਹੜੀ ਸਹੀ ਸਪੋਰਟਸ ਹੈ ਉਹ ਜਾਂ ਤਾਂ ਸਕੂਲ ਟਾਈਮ ਤੋਂ ਪਹਿਲਾਂ ਹੋਵੇ 2 ਘੰਟੇ ਜਾਂ ਸਕੂਲ ਟਾਈਮ ਤੋਂ ਬਾਅਦ ਹੋਵੇ। ਉਹਦੇ ਨਾਲ ਜੋ ਇੱਕ ਸਹੀ ਢੰਗ ਨਾਲ ਜੋ ਕੋਚਿੰਗ ਹੈ ਜਾਂ ਸਹੀ ਤਰੀਕੇ ਨਾਲ ਜੋ ਉਹਨਾਂ ਦੀ ਕੋਚਿੰਗ ਹੋਣੀ ਚਾਹੀਦੀ ਹੈ ਬੱਚਿਆਂ ਦੀ, ਉਹਨਾਂ ਨੂੰ ਮਿਲਦੀ ਹੈ ਔਰ ਬੱਚੇ ਤਿਆਰ ਹੋ ਜਾਂਦੇ ਆ। ਸਾਡੇ ਸਕੂਲ ਦੇ ਵਿੱਚ ਲੜਕੀਆਂ ਦਾ ਸਕੂਲ ਹੋਣ ਦੇ ਬਾਵਜੂਦ ਬੱਚੇ 6 ਵਜੇ ਸਕੂਲੇ ਆਉਂਦੇ ਆ ਔਰ ਸ਼ਾਮ ਨੂੰ 5:30 ਵਜੇ ਤੱਕ ਵੀ ਉਹਨਾਂ ਨੂੰ ਹੱਥ ਜੋੜੀਦੇ ਆ ਕਿ ਬੇਟਾ ਹੁਣ ਤੁਸੀਂ ਜਾਓ, ਪਰ ਉਹ ਬੱਚਿਆਂ ਦਾ ਜਾਣ ਨੂੰ ਦਿਲ ਨਹੀਂ ਕਰਦਾ, ਨਾ ਉਹ ਥੱਕਦੇ ਆ ਨਾ ਉਹ ਅੱਕਦੇ ਆ। ਸਪੋਰਟਸ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਕਿ ਬੱਚਿਆਂ ਨੂੰ ਬੜੀ ਮੁਸ਼ਕਲ ਨਾਲ ਘਰੇ ਭੇਜਣਾ ਪੈਂਦਾ ਕਿ ਬੇਟਾ ਤੁਸੀਂ ਜਾਓ। ਤਾਂ ਇਹ ਹੈ ਕਿ ਹਿੰਮਤ ਕਰਨ ਦੀ ਜ਼ਰੂਰਤ ਹੈ, ਥੋੜ੍ਹੇ ਜਿਹਾ ਮਹੱਤਵ ਦੇਣ ਦੀ ਜ਼ਰੂਰਤ ਹੈ। ਸਪੋਰਟਸ ਦੇ ਜਿਹੜੇ ਪੀਰੀਅਡ ਹੈ ਉਹ ਤਾਂ ਲਗਾਉਣੇ ਆ, ਪਰ ਸਕੂਲ ਟਾਈਮ ਤੋਂ ਪਹਿਲਾਂ, ਸਕੂਲ ਟਾਈਮ ਤੋਂ ਬਾਅਦ ਵੀ ਜੇਕਰ ਕੋਚਿਸ, ਜੇਕਰ ਡੀਪੀ ਸਾਹਿਬਾਨ ਔਰ ਅਧਿਆਪਕ ਸਾਹਿਬਾਨ ਇਹਨਾਂ ਨੂੰ ਸਮਾਂ ਦਿੰਦੇ ਆ ਤਾਂ ਬੱਚਿਆਂ 'ਚ ਬੜਾ ਉਤਸ਼ਾਹ ਵੇਖਣਯੋਗ ਹੁੰਦਾ ਹੈ। ਬਹੁਤ ਵਧੀਆ ਗੱਲ। ਇੱਥੇ ਮੈਂ ਆਪਣੇ ਦਰਸ਼ਕਾਂ ਨਾਲ ਇੱਕ ਗੱਲ ਸਿੱਧੀ ਕਰਨਾ ਚਾਹਾਂਗਾ, ਕੋਈ ਨਾ ਕੋਈ ਖੇਡ ਜ਼ਰੂਰ ਖੇਡੋ, ਆਪਣੇ ਬੱਚਿਆਂ ਨੂੰ ਕਹੋ ਜ਼ਰੂਰ ਕੋਈ ਨਾ ਕੋਈ ਖੇਡ ਖੇਡਣ ਤੇ ਨਸ਼ਿਆਂ ਤੋਂ ਦੂਰ ਹੋ ਜਾਓ, ਖੇਡਾਂ ਅਪਣਾਓ, ਨਸ਼ਿਆਂ ਨੂੰ ਬਿਲਕੁਲ ਛੱਡ ਦਿਓ। ਸੋ ਅਸੀਂ ਆਪਾਂ ਗੱਲ ਕਰਾਂਗੇ ਕਿ ਅਸੀਂ ਆਪਣੇ ਫਿਊਚਰ ਨੂੰ ਲੈ ਕੇ ਹਮੇਸ਼ਾ ਸੋਚਦੇ ਹਾਂ ਜੀ। ਖੇਡਾਂ ਖੇਡਾਂਗੇ ਫਜ਼ੂਲ ਦਾ ਕੰਮ ਹੈ, ਅਸੀਂ ਅੱਗੇ ਕੀ ਕਰਾਂਗੇ, ਕੈਰੀਅਰ ਵੀ ਚਾਹੀਦਾ, ਪੈਸੇ ਵੀ ਕਮਾਉਣੇ ਨੇ, ਸੈਟਲ ਵੀ ਹੋਣਾ, ਨੌਕਰੀ ਵੀ ਕਰਨੀ ਹੈ। ਜੀ। ਸਪੋਰਟਸ ਕੋਟੇ ਹੁੰਦੇ ਨੇ ਨਾ ਜਦੋਂ ਨੌਕਰੀਆਂ ਨਿਕਲਦੀਆਂ। ਬਿਲਕੁਲ ਬਿਲਕੁਲ ਜੀ। ਸੰਜੀਵ ਜੀ, ਕੋਟਾ ਹੀ ਸਿਰਫ ਨੌਕਰੀਆਂ ਦੇ ਵਿੱਚ ਨਹੀਂ, ਈਵਨ ਕਿ ਜੇਕਰ ਤੁਸੀਂ ਯੂਨੀਵਰਸਿਟੀ ਦੇ ਵਿੱਚ ਸੀਟ ਲੈਣੀ ਹੈ, ਚਾਹੇ ਤੁਸੀਂ ਸਾਇੰਸ ਦੇ ਸਟੂਡੈਂਟ ਹੋ, ਉੱਥੇ ਵੀ ਸਪੋਰਟਸ ਕੋਟਾ ਹੈ। ਜੇਕਰ ਤੁਸੀਂ ਸਪੋਰਟਸ ਨਾਲ ਉਹਨੂੰ ਆਪਦਾ ਸ਼ੌਂਕ ਬਣਾਇਆ ਹੋਇਆ, ਤੁਹਾਡੇ ਕੋਲ ਸਟੇਟ ਲੈਵਲ ਦਾ, ਜੇਕਰ ਨੈਸ਼ਨਲ ਲੈਵਲ ਦਾ ਕੋਈ ਸਰਟੀਫਿਕੇਟ ਹੈਗਾ, ਤੁਹਾਨੂੰ ਉਹਦੇ ਐਕਸਟਰਾ ਅੰਕ ਮਿਲਦੇ ਆ, ਤੁਹਾਨੂੰ ਆਪਦੀਆਂ ਸੀਟਾਂ ਰਿਜ਼ਰਵ ਮਿਲਦੀਆਂ। ਜੇਕਰ ਇੱਕ 45% ਤੁਹਾਡਾ ਨੰਬਰ ਹੈ ਔਰ ਇੱਕ 95% ਵਾਲਾ ਨੰਬਰ ਲੈਣ ਵਾਲਾ ਬੱਚੇ ਨੂੰ ਸੀਟ ਮਿਲ ਰਹੀ ਹੈ, ਤੁਸੀਂ ਸਪੋਰਟਸ ਪਰਸਨ ਹੋ, ਤਾਂ ਹੋ ਸਕਦਾ ਕਿ ਤੁਹਾਡੇ ਘੱਟ ਨੰਬਰ ਵੀ ਜਿਹੜਾ ਕੋਈ ਗੈਪ ਰਹਿ ਗਿਆ ਉਹ ਤੁਹਾਡੇ ਸਪੋਰਟਸ ਕੋਟੇ ਦੇ ਨਾਲ ਦੂਰ ਹੋ ਜਾਵੇ, ਤੁਹਾਨੂੰ ਉਸ ਜਿਹੜੀ ਪ੍ਰੋਮੀਨੈਂਟ ਯੂਨੀਵਰਸਿਟੀ ਆ ਜਾਂ ਦਾਇਰੇ ਦੇ ਵਿੱਚ ਐਡਮਿਸ਼ਨ ਮਿਲ ਜਾਵੇ। ਇਸ ਦੇ ਨਾਲ ਨਾਲ ਨੌਕਰੀਆਂ ਦੇ ਵਿੱਚ ਵੀ ਰਿਜ਼ਰਵ ਕੋਟਾ ਹੈਗਾ। ਤਾਂ ਮੈਂ ਤਾਂ ਇਹ ਕਹਿੰਦਾ ਕਿ ਸਪੋਰਟਸ ਕਰਨ ਦਾ ਫਾਇਦਾ ਕਿੰਨਾ ਹੈ ਕਿ ਤੁਸੀਂ ਆਪਦੇ ਜੀਵਨ ਨੂੰ ਵੀ ਤੰਦਰੁਸਤ ਬਣਾ ਲਿਆ, ਤੁਸੀਂ ਇੱਕ ਚੰਗੀ ਜੀਵਨ ਸ਼ੈਲੀ ਵੀ ਸਿੱਖ ਲਈ ਔਰ ਆਪਦੇ ਮਨ ਨੂੰ ਵੀ ਕੰਟਰੋਲ ਕਰਨਾ ਸਿੱਖ ਲਿਆ, ਇੱਕ ਸਮਾਜ ਦੇ ਚੰਗੇ ਨਰੋਏ ਤੁਸੀਂ ਅੰਗ ਵੀ ਬਣ ਗਏ, ਨਾਲ ਦੀ ਨਾਲ ਤੁਸੀਂ ਉਹਦੇ ਤੋਂ ਫਾਇਦਾ ਵੀ ਲੈ ਰਹੇ ਹੋ, ਤੁਸੀਂ ਆਪਦੀਆਂ ਨੌਕਰੀਆਂ ਵਿੱਚ ਵੀ, ਆਪਦੀ ਡਿਗਰੀਆਂ ਦੇ ਵਿੱਚ ਵੀ ਤੁਹਾਨੂੰ ਬੈਨੀਫਿਟ ਮਿਲ ਰਿਹਾ। ਇਸ ਤੋਂ ਵਧੀਆ ਹੋਰ ਕੀ ਚੀਜ਼ ਹੋ ਸਕਦੀ? ਬਹੁਤ ਵਧੀਆ ਚੀਜ਼ ਹੈ। ਨਾਲੇ ਆਪਣੀ ਖੁਰਾਕ ਦਾ ਖਿਆਲ ਰੱਖੋ, ਕਿਉਂਕਿ ਸਪੋਰਟਸਮੈਨ ਆਪਣੀ ਖੁਰਾਕ ਦਾ ਹਮੇਸ਼ਾ ਖਿਆਲ ਰੱਖੇਗਾ। ਕਹਿੰਦੇ ਨੇ ਕਿ 75% ਤੁਹਾਡੀ ਖੁਰਾਕ ਹੁੰਦੀ ਹੈ, 25% ਤੁਹਾਡਾ ਵਰਕਆਊਟ ਹੁੰਦਾ ਹੈ। ਇਸ ਕਰਕੇ 75% ਜਿਹੜੀ ਖੁਰਾਕ ਹੈ ਨਾ ਉਹ ਬਿਲਕੁਲ ਸਹੀ ਹੋਣੀ ਚਾਹੀਦੀ ਹੈ। ਜੀ। ਤੁਹਾਡਾ ਸੰਦੇਸ਼ ਜ਼ਰੂਰ ਚਾਹਾਂਗੇ ਕਿ ਸਾਡੇ ਦਰਸ਼ਕਾਂ ਦੇ ਅੰਦਰ ਰੁਚੀ ਪੈਦਾ ਕਰੋ ਖੇਡਾਂ ਵਾਸਤੇ। ਮੈਂ ਇਸ ਮੰਚ ਤੋਂ ਇਹੋ ਹੀ ਕਹਿਣਾ ਚਾਹਾਂਗਾ ਕਿ ਜੇਕਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ, ਜੇਕਰ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ, ਜੇਕਰ ਪੰਜਾਬ ਨੂੰ ਹੱਸਦਾ ਖੇਡਦਾ ਵਸਦਾ ਹੋਇਆ ਪੰਜਾਬ ਬਣਾਉਣਾ ਚਾਹੁੰਦੇ ਆ, ਤਾਂ ਇਹਦੀ ਸ਼ੁਰੂਆਤ ਕਲਾਸਰੂਮਾਂ ਤੋਂ ਨਹੀਂ ਹੋ ਸਕਦੀ, ਇਹਦੀ ਸ਼ੁਰੂਆਤ ਘਰਾਂ ਦੇ ਕਮਰਿਆਂ ਚੋਂ ਨਹੀਂ ਹੋ ਸਕਦੀ, ਇਹਦੀ ਸ਼ੁਰੂਆਤ ਜਦੋਂ ਵੀ ਹੋਣੀ ਆ ਉਹ ਗਰਾਊਂਡਾਂ ਤੋਂ ਹੋਣੀ ਆ, ਖੇਡਾਂ ਤੋਂ ਹੋਣੀ ਆ। ਆਓ ਸਭ ਰਲ ਮਿਲ ਕੇ, ਸਭ ਅਧਿਆਪਕ, ਸਭ ਮਾਪੇ ਔਰ ਜੋ ਵੀ ਸੁਸਾਇਟੀ ਦੇ ਅੰਗ ਆ, ਮਿਲ ਕੇ ਬੱਚਿਆਂ ਨੂੰ ਖੇਡਾਂ ਵੱਲ ਜੋੜੀਏ ਤਾਂ ਕਿ ਉਹਨਾਂ ਦੇ ਅੰਦਰ ਇੱਕ ਚੰਗੀ ਸ਼ਖਸੀਅਤ ਦਾ ਨਿਰਮਾਣ ਹੋ ਸਕੇ, ਉਹ ਜਿੱਤ ਨੂੰ ਕਬੂਲ ਕਰ ਸਕਣ, ਹਾਰ ਨੂੰ ਮੰਨ ਸਕਣ। ਜਿਵੇਂ ਕਹਿੰਦੇ ਆ ਕਿ ਨਮੋਸ਼ੀ ਹਾਰ ਦੀ ਤੇ ਜਿੱਤ ਦਾ ਹੰਕਾਰ ਲਾ ਦਈਏ, ਆਓ ਹੁਣ ਫਾਲਤੂ ਗੱਲਾਂ ਦਾ ਦਿਲ ਤੋਂ ਭਾਰ ਲਾ ਦਈਏ। ਤਾਂ ਸਪੋਰਟਸ ਸਾਨੂੰ ਜਿਹੜਾ ਇੱਕ ਸਹੀ ਜੀਵਨ ਜਾ ਸਿਖਾਉਂਦੀ ਹੈ ਔਰ ਮੇਰੀ ਉਮੀਦ ਹੈ ਕਿ ਆਉਣ ਵਾਲਾ ਸਮਾਂ ਸਪੋਰਟਸ ਦਾ ਹੋਏਗਾ ਔਰ ਅਸੀਂ ਅੱਛੇ ਬੱਚੇ ਔਰ ਅੱਛੇ ਨਾਗਰਿਕ ਪੈਦਾ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ। ਬਿਲਕੁਲ ਜੀ। ਜ਼ਿੰਦਗੀ ਦੇ ਕਿਸੇ ਵੀ ਖੇਤਰ 'ਚ ਕੰਮ ਕਰਨਾ ਹੋਵੇ, ਕਿਤੇ ਵੀ ਨੌਕਰੀ ਕਰਨੀ, ਕੋਈ ਬਿਜ਼ਨਸ ਕਰਨਾ, ਕੁਝ ਵੀ ਕਰਨਾ ਜੀ, ਸਪੋਰਟਸ ਖੇਡਾਂ ਬਹੁਤ ਜ਼ਰੂਰੀ ਨੇ, ਤੁਹਾਡੇ ਜੀਵਨ ਦਾ ਹਿੱਸਾ ਹੋਣੀਆਂ ਚਾਹੀਦੀਆਂ ਨੇ, ਤਾਂ ਤੁਸੀਂ ਜ਼ਰੂਰ ਕਾਮਯਾਬ ਹੁੰਦੇ ਹੋ। ਬਿਲਕੁਲ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਔਰ ਇਸੇ ਤਰ੍ਹਾਂ ਹੀ ਤੁਸੀਂ ਇਸ ਖੇਤਰ 'ਚ ਕੰਮ ਕਰਦੇ ਰਹੋ ਤੇ ਸਾਡੇ ਦਰਸ਼ਕਾਂ ਨਾਲ ਆਪਣੀ ਰਿਸਰਚ, ਆਪਣੀ ਖੋਜ ਸਾਂਝੀ ਕਰਦੇ ਰਹੋ। ਆਲ ਦਾ ਬੈਸਟ। ਥੈਂਕ ਯੂ ਵੈਰੀ ਮਚ। ਧੰਨਵਾਦ ਤੁਹਾਡਾ ਵੀ ਸ਼ੁਕਰੀਆ। ਕਿਉਂ ਕੋਲੋਂ ਦੀ ਲੰਘਦੀ ਏ ਹੌਕਾ ਜਿਹਾ ਭਰ ਕੇ ਨੀ, ਕਿਉਂ ਕੋਲੋਂ ਦੀ ਲੰਘਦੀ ਏ ਹੌਕਾ ਜਿਹਾ ਭਰ ਕੇ ਨੀ, ਪੀਪਾ 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 ਮੁੰਡਾ ਵਿਗੜ ਗਿਆ ਤੇਰੇ ਕਰਕੇ ਨੀ, ਪੀਪਾ ਮੁੰਡਾ ਵਿਗੜ ਗਿਆ ਤੇਰੇ ਕਰਕੇ ਨੀ, ਪੀਪਾ ਮੁੰਡਾ ਵਿਗੜ ਗਿਆ ਇੱਕ ਤੇਰੇ ਕਰਕੇ ਨੀ, ਪੀਪਾ ਮੁੰਡਾ ਵਿਗੜ ਗਿਆ ਇੱਕ ਤੇਰੇ ਕਰਕੇ ਨੀ।
ਮੁੰਡਾ ਬੈਠਾ, 4 ਜਮਾਤਾਂ ਪੜ੍ਹ ਕੇ ਉਹ ਵੀ ਖੂਹ ਵਿੱਚ ਪਾ ਬੈਠਾ, 4 ਜਮਾਤਾਂ ਪੜ੍ਹ ਕੇ ਉਹ ਵੀ ਖੂਹ ਵਿੱਚ ਪਾ ਬੈਠਾ। ਲੱਗਣਾ ਕਿਹੜਾ ਡੀਸੀ, ਲੱਗਣਾ ਕਿਹੜਾ ਡੀਸੀ, ਕਹਿੰਦਾ ਬਹੁਤਾ ਪੜ੍ਹ ਕੇ ਨੀ। ਬੀਬਾ 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 ਮੁੰਡਾ ਵਿਗੜ ਗਿਆ ਇੱਕ ਤੇਰੇ ਕਰਕੇ ਨੀ। 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 ਮਿੱਟੀ ਬੇਬੇ ਬਾਪੂ ਦੇ ਜੋ ਗੋਡੇ ਕੁੱਟਦਾ ਸੀ, ਮਿੱਟੀ ਬੇਬੇ ਬਾਪੂ ਦੇ ਜੋ ਗੋਡੇ ਕੁੱਟਦਾ ਸੀ। ਸਾਰੇ ਪਿੰਡ ਦੀ ਸੋਭਾ ਨੂੰ ਦਿਨ ਰਾਤੀ ਲੁੱਟਦਾ ਸੀ, ਸਾਰੇ ਪਿੰਡ ਦੀ ਸੋਭਾ ਨੂੰ ਦਿਨ ਰਾਤੀ ਲੁੱਟਦਾ ਸੀ। ਜਣੇ ਖਣੇ ਦੀ ਅੱਖ ਦੇ ਵਿੱਚ ਤਾਂ ਹੁਣ ਹੋਰ